वर्चुअली मीटिंग कर रहे हैं और मैं समझदा थैंक्स टू एवरीबडी ਜਿਹੜੇ ਸਾਰੇ ਬੰਦੇ ਆਪਣੀ ਐਫਰਟਸ ਇਹਦੇ 'ਚ ਲਗਾ ਰਹੇ ਆ। ਸਾਡੀ ਮੀਟਿੰਗ ਦਾ ਜਿਹੜਾ ਹੈਗਾ ਸਿਲਸਿਲਾ ਟੁੱਟਿਆ ਨਹੀਂ ਐਂਡ ਅਸੀਂ ਉੱਦਾਂ ਹੀ ਮੀਟਿੰਗਸ ਕਰ ਰਹੇ ਹਾਂ। ਠੀਕ ਆ, ਅਸੀਂ ਫਿਜ਼ੀਕਲੀ ਨਹੀਂ ਮਿਲ ਸਕਦੇ ਬਿਕੋਜ਼ ਆਫ ਵੇਰੀਅਸ ਕੰਸਟ੍ਰੇਂਟ ਐਂਡ ਜੋ ਆਪਣੀਆਂ ਪ੍ਰੋਬਲਮਸ ਹੈਗੀਆਂ ਸੋਸ਼ਲ ਡਿਸਟੈਂਸਿੰਗ ਔਰ ਹਲੇ ਆਪਾਂ ਨਹੀਂ ਕਰਨਾ ਚਾਹੁੰਦੇ, ਬਟ ਫਿਰ ਵੀ ਸਾਡੀ ਇਹ ਜਿਹੜੀ ਲੜੀ ਹੈਗੀ ਆ ਮੀਟਿੰਗ ਦੀ ਕੰਟੀਨਿਊਸ਼ਨ ਹੈਗੀ ਜਾਂ ਕੰਟੀਨਿਊਟੀ ਹੈ ਇਹ ਸਟਿਲ ਬਰਕਰਾਰ ਆ। ਮੈਂ ਸਮਝਦਾ ਸਾਰਿਆਂ ਵਾਸਤੇ ਸਾਡੀ ਬਹੁਤ ਵੱਡੀ ਅਚੀਵਮੈਂਟ ਹੈ। ਸੋ ਵੀ ਸ਼ੁੱਡ ਕੰਟੀਨਿਊ ਲਾਈਕ ਦਿਸ ਜਦੋਂ ਤੱਕ ਸਾਨੂੰ ਫਿਜ਼ੀਕਲ ਮੀਟਿੰਗ ਦਾ ਇੱਦਾਂ ਲੱਗਦਾ ਨਹੀਂ ਕਿ ਵੀ ਆਰ ਕੰਫਰਟੇਬਲ, ਸੋ we can continue with this. So thank you very much everybody for being present and I welcome everybody. Kamal. Thank you sir, thank you very much sir. Sir actually जिस तरह तुसीं दस्सिया बिल्कुल वही है, ਅਸੀਂ ਸਾਡਾ ਇੱਕ ਰੂਟੀਨ ਹੈ ਕਿ ਅਸੀਂ ਮੰਥਲੀ ਮੀਟਿੰਗ ਕਰਨੀ ਹੈ ਤੇ we try not to forget। ਔਰ ਅੱਜ ਜਿਸ ਤਰ੍ਹਾਂ ਅਕਤੂਬਰ ਦੀ ਮੀਟਿੰਗ ਅੱਜ ਦੇ ਦਿਨ ਹੀ ਹੋਣੀ ਸੀ, ਲੇਕਿਨ ਅੱਜ ਸਾਡੀਆਂ 3 ਮੀਟਿੰਗ ਹੋਰ, ਇੱਕ 11:30 ਵਜੇ, ਇੱਕ 4 ਵਜੇ। ਆਪਣੇ ਬਾਕੀ ਮੈਂਬਰ ਨੇ ਵੀ ਆਉਣਾ, ਮੈਂ ਉਹਨਾਂ ਨੂੰ ਵੀ ਲਿੰਕ ਭੇਜਿਆ ਹੋਇਆ ਜਿਹੜੇ ਸਾਡੇ ਜੀਸੀ ਮੈਂਬਰ ਹੈ। ਅੱਜ ਦੀ ਮੀਟਿੰਗ ਹੈ, ਇਸ ਦਾ ਅਸੀਂ ਸਵੇਰੇ 9:30 ਵਜੇ ਪ੍ਰੋਗਰਾਮ ਬਣਾ ਲਿਆ ਤਾਂ ਕਿ ਜਿਹੜੀ ਨੈਕਸਟ ਮੀਟਿੰਗ ਉਹ ਟਾਈਮ ਸਿਰ ਅਸੀਂ ਕਰ ਪਾਈਏ। ਕੋਵਿਡ ਨੇ ਸਾਨੂੰ ਕਈ ਕੁਝ ਦਿੱਤਾ ਸਰ, ਇੱਕ ਗਿਫਟ ਹੈ ਕੋਵਿਡ ਵੱਲੋਂ, ਅਦਰਵਾਈਜ਼ ਤਾਂ ਅੱਜ ਤੱਕ ਮੇਰੀ ਗੱਲ 4-5 ਮਹੀਨੇ ਪਹਿਲੇ ਕਿਸੇ ਨੇ ਗੱਲ ਸੋਚੀ ਵੀ ਨਹੀਂ ਹੋਣੀ ਕਿ ਇਹ ਵੀ ਪੋਸੀਬਲ ਹੋ ਸਕਦਾ ਹੈ ਕਿ ਪੀਪਲ ਕੈਨ ਮੀਟ ਸਿਟਿੰਗ ਐਟ ਹੋਮ ਵਿਚ ਇਜ਼ ਨਾਟ ਬੀਇੰਗ ਪ੍ਰੈਕਟੀਕਲ। ਔਰ ਜਿਹੜੀ ਦੂਸਰੀ ਗੱਲ ਹੈ, ਜਿਹੜੀ ਤੁਸੀਂ ਗੱਲ ਕੀਤੀ ਥੋੜ੍ਹੀ ਬਹੁਤ ਅੜਚਣਾਂ ਦੀ, ਉਹ ਸਾਨੂੰ ਸਿੱਖਣਾ ਹੀ ਪਏਗਾ। ਹੌਲੀ ਹੌਲੀ ਸਿੱਖ ਜਾਵਾਂਗੇ। ਕਦੀ ਕਿਸੇ ਦਾ ਫੋਨ ਨਹੀਂ ਚੱਲਦਾ, ਕਿਸੇ ਦਾ ਮਾਈਕ ਨਹੀਂ ਚੱਲਦਾ, ਉਹ ਹੌਲੀ ਹੌਲੀ ਆਪਾਂ ਸਿੱਖ ਜਾਂਦੇ। ਬੱਚੇ ਤਿਆਰ ਕਰਕੇ ਰੱਖ ਜਾਂਦੇ ਆ, ਹੌਲੀ ਹੌਲੀ ਆਪ ਕਰਨਾ ਪਏਗਾ ਤੇ ਕਰਨਾ ਹੀ ਪਏਗਾ। ਰਿਗਾਰਡਿੰਗ ਅੱਜ ਦੀ ਮੀਟਿੰਗ ਵਾਸਤੇ ਆਪਣੇ ਕੋਲ ਜੋ ਏਜੰਡਾ ਹੈ ਉਹਦੇ ਮੁਤਾਬਕ ਸਭ ਤੋਂ ਪਹਿਲੇ ਜੋ ਸਾਡਾ ਸਿਸਟਮ ਹੁੰਦਾ ਅਪਰੂਵਲ ਆਫ ਦਾ ਮਿੰਟ ਆਫ ਦਾ ਲਾਸਟ ਐਗਜ਼ੈਕਟਿਵ ਮੀਟਿੰਗ। ਜਿਹੜੀ ਸਾਡੀ ਐਗਜ਼ੈਕਟਿਵ ਮੀਟਿੰਗ ਹੋਈ ਸੀ 27 ਸਤੰਬਰ 2020 ਨੂੰ, ਇਹ ਵੀ ਵੀਡੀਓ ਤੇ ਹੋਈ ਸੀ, ਆਨਲਾਈਨ ਹੋਈ ਸੀ ਔਰ ਅਸੀਂ ਉਸ ਦਾ ਵੀਡੀਓ ਉਸੇ ਦਿਨ ਹੀ ਸਰਕੂਲੇਟ ਕਰ ਦਿੱਤਾ ਸੀ। ਇਸ ਦੇ ਵਿੱਚ ਮੈਨੂੰ ਕੋਈ ਕਰੈਕਸ਼ਨ ਜਾਂ ਕੋਈ ਅਮੈਂਡਮੈਂਟ ਅੱਜ ਤੱਕ ਤਾਂ ਨਹੀਂ ਆਈ ਹੈ, ਲੇਕਿਨ ਅੱਜ ਵੀ ਅਗਰ ਕੋਈ ਬੰਦਾ ਕੁਝ ਕਹਿਣਾ ਚਾਹੇ ਤਾਂ ਪਲੀਜ਼ ਸਾਡਾ ਵੀ ਵਿਸ਼ ਟੂ ਪਾਸ ਦਾ ਮਿੰਟ ਆਫ 27 ਸਤੰਬਰ, ਉਸ ਮਿੰਟ ਬਾਰੇ ਅਗਰ ਕੋਈ ਗੱਲ ਕਰਨਾ ਚਾਹੋ ਜਾਂ ਅਗਰ ਅਪਰੂਵ ਹੈ ਤਾਂ ਆਪਾਂ ਅੱਗੇ ਚਲੀਏ। ਨਹੀਂ ਸਰ, ਸਾਡੇ ਵੱਲੋਂ ਤਾਂ ਓਕੇ ਪਾਸ, ਬਾਕੀ ਬੰਦੇ ਸਾਰੇ ਓਕੇ ਜੀ, ਓਕੇ ਓਕੇ। ਸੈਕੰਡ ਆਈਟਮ ਹੈ ਕਿ ਰਿਪੋਰਟ ਆਫ ਦਾ ਜਨਰਲ ਸੈਕਟਰੀ ਜੋ ਸਾਡੇ ਕੋਲ ਇਵੈਂਟ ਅੱਜ ਤੱਕ ਜੋ ਸਾਡੀ ਰਿਪੋਰਟ ਅਸੀਂ ਇਹ ਸਿਸਟਮ ਬਣਾਇਆ, ਹਰ ਮਹੀਨੇ ਦੀ ਅਸੀਂ ਰਿਪੋਰਟ ਤਿਆਰ ਕਰਦੇ ਹਾਂ ਕਿ ਇਸ ਮਹੀਨੇ ਕੀ ਹੋਇਆ। ਐਤਕੀ ਜਿਸ ਤਰ੍ਹਾਂ ਪਿਛਲੇ ਵੀ ਚੋਪੜਾ ਹੀ ਕਹਿ ਰਹੇ ਸੀ ਵੀ ਅਕਾਊਂਟ ਉਹਨਾਂ ਨੂੰ ਨਾਲ ਹੀ ਦੇ ਦਿਓ, ਇਹ ਰਿਪੋਰਟ, ਏਜੰਡਾ ਤੇ ਅਕਾਊਂਟ ਅਸੀਂ ਆਲਰੇਡੀ WhatsApp ਤੇ ਸਾਰਿਆਂ ਨੂੰ ਭੇਜ ਵੀ ਦਿੱਤੇ ਇੱਕ ਦਿਨ ਪਹਿਲੇ, ਤਾਂ ਕਿ ਉਹ ਪੜ੍ਹ ਕੇ ਆ ਸਕਣ। ਅਗਰ ਕੁਝ ਡਿਸਕਸ ਕਰਨਾ ਚਾਹੁੰਦੇ ਆ ਤਾਂ ਦੇ ਕੈਨ ਆਲਸੋ ਡਿਸਕਸ ਔਨ ਦੈਟ। ਵਿਦ ਰਿਗਾਰਡ ਟੂ ਦੈਟ ਮੈਂ ਥੋੜਾ ਜਿਹਾ ਪੜ੍ਹ ਦਿੰਦਾ। ਜਿਹੜੀ ਸਾਡੀ ਲਾਸਟ ਐਗਜ਼ੈਕਟਿਵ ਮੀਟਿੰਗ ਹੋਈ ਸੀ 27 ਸਤੰਬਰ ਨੂੰ, ਜਿਸ ਤਰ੍ਹਾਂ ਅਸੀਂ ਹੁਣ ਆਨਲਾਈਨ ਦੀ ਮੀਟਿੰਗਾਂ ਕਰ ਰਹੇ ਹਾਂ, ਜਦ ਤੱਕ ਫੁੱਲੀ ਪਰਮਿਸ਼ਨ ਗਵਰਨਮੈਂਟ ਦੀ ਨਹੀਂ ਹੋ ਜਾਂਦੀ ਜਾਂ ਫੁੱਲੀ ਕੁਝ ਗਵਰਨਮੈਂਟ ਦੀ ਤਾਂ ਪਰਮਿਸ਼ਨ ਥੋੜੇ ਦਿਨ ਹੋ ਰਿਹਾ, ਉਸ ਤੋਂ ਬਾਅਦ ਆਪਾਂ ਫਿਜ਼ੀਕਲ ਮੀਟਿੰਗਾਂ ਸ਼ੁਰੂ ਕਰ ਦਾਂਗੇ। 8 ਮੈਂਬਰ ਉਹਦੇ 'ਚ ਆਏ ਸੀ ਔਰ ਉਸ ਮੀਟਿੰਗ ਦੀ ਰਿਕਾਰਡਿੰਗ ਅਸੀਂ ਉਸੇ ਦਿਨ ਹੀ ਭੇਜਤੀ ਸੀ। ਸਾਡਾ ਇੱਕ YouTube ਤੇ ਇੱਕ OPA TV ਕਰਕੇ ਅਸੀਂ ਚੈਨਲ ਬਣਾਇਆ ਹੋਇਆ, ਜਿਸ ਚੈਨਲ ਤੇ ਨਾਟ ਓਨਲੀ ਇਸ ਮੀਟਿੰਗ ਦੀ ਰਿਪੋਰਟ, ਸਾਡੀਆਂ ਜਿੰਨੀਆਂ ਵੀ ਰਿਪੋਰਟਾਂ ਹਨ, ਜਿਵੇਂ ਅਸੀਂ ਵੈਬਿਨਾਰ ਕੀਤੇ ਜਾਂ ਪ੍ਰਿੰਟ ਓਲੰਪਿਕ ਕੀਤੇ, ਉਹਨਾਂ ਸਭ ਦੀਆਂ ਉੱਥੇ ਵੀਡੀਓ ਰਿਕਾਰਡਿੰਗ ਹਨ ਤੇ ਕੋਈ ਵੀ ਬੰਦਾ ਜਾ ਕੇ ਦੇਖ ਸਕਦਾ ਹੈ। ਇਟ ਇਜ਼ ਓਪਨ ਟੂ ਆਲ because we don't believe in keeping anything secret। secret नहीं है, कोई भी बंदा साडी एग्जैक्टिव रिपोर्ट भी देख सकता है, साडी सारी रिपोर्टां उत्थे देख सकता है। ਜਿਹੜਾ ਇਹ ਪੀਰੀਅਡ 1 ਮਹੀਨੇ ਦਾ, ਇਸ 1 ਮਹੀਨੇ ਦੇ 3 ਕੋਰ ਕਮੇਟੀ ਮੀਟਿੰਗਾਂ ਹੋਈਆਂ, ਉਸ ਦੇ ਮਿੰਟ ਵੀ ਅਸੀਂ ਫਿਜ਼ੀਕਲ ਉਹ ਮੀਟਿੰਗਾਂ ਹੁੰਦੀਆਂ ਨੇ, ਉਸ ਦੇ ਮਿੰਟ ਉਸੇ ਦਿਨ ਹੀ ਅਸੀਂ ਉੱਥੇ ਰਿਲੀਜ਼ ਕਰ ਦਿੰਦੇ ਹਾਂ, ਜਿਹੜੇ ਕਿ ਸਾਰੇ ਕੋਲ ਉੱਥੇ ਅਵੇਲੇਬਲ ਉਸ ਵੇਲੇ ਹੋ ਜਾਂਦੇ ਹਨ। ਉਹ ਮਿੰਟ ਸਾਡੇ ਡੇਲੀ ਦੇ ਡੇਲੀ ਅਸੀਂ ਜਿਸ ਦਿਨ ਮੀਟਿੰਗ ਕਰਦੇ ਉਸੇ ਦਿਨ ਹੀ ਮਿੰਟ ਅਪਰੂਵ ਕਰਾ ਲਈਦੇ। ਜਿਸ ਤਰ੍ਹਾਂ ਕਿ ਪਿਛਲੀ ਐਗਜ਼ੈਕਟਿਵ ਕਮੇਟੀ ਮੀਟਿੰਗ ਜੋ ਅਪਰੂਵ ਹੋਇਆ ਸੀਗਾ ਫॉर द पोस्ट ऑफ प्रेसिडेंट 2021, ਮੈਂ ਉਹਦੇ ਪੇਪਰ ਫਾਈਲ ਕਰਤੇ ਔਰ ਵਰਚੁਅਲ ਇਲੈਕਸ਼ਨ ਇਜ਼ ਲਾਈਕਲੀ ਬੀ ਹੈਲਡ ਔਨ 31 ਅਕਤੂਬਰ। 31 ਜਾਂ 2 ਦਿਨ ਚੱਲੇਗਾ ਇਲੈਕਸ਼ਨ। ਕਿਸ ਤਰ੍ਹਾਂ ਕਰਨਗੇ ਉਹ ਵੀ ਸਾਰਿਆਂ ਨੂੰ ਸਮਝਣਾ ਪਏਗਾ। ਜਿਸ ਤਰ੍ਹਾਂ ਅੱਜ ਆਪਾਂ ਨੂੰ ਅੜਚਣਾਂ ਆ ਰਹੀਆਂ, ਹੋ ਸਕਦਾ ਕਿ ਫਾਈਨਲ ਕਰਨ ਵੇਲੇ ਉੱਥੇ ਵੀ ਕੁਝ ਅੜਚਣਾਂ ਹਨ ਤੇ ਉਹ ਪਹਿਲੇ ਸਮਝਣਾ ਜ਼ਰੂਰੀ ਹੈ। ਤੇ ਵੋਟਿੰਗ ਆਨਲਾਈਨ ਹੀ ਹੋਏਗੀ। ਉਹਦੇ ਵਾਸਤੇ ਜੋ ਆਲ ਇੰਡੀਆ ਫੈਡਰੇਸ਼ਨ ਇੱਕ ਕੋਈ ਏਜੰਸੀ ਹਾਇਰ ਕਰ ਰਹੀ ਹੈ। ਅਸੀਂ ਉੱਥੇ ਸਾਊਥ ਸਿਟੀ ਦੇ ਵਿੱਚ ਅੰਦਰ ਜਿਹੜਾ ਸਾਡੀ ਬਿਲਡਿੰਗ ਸੀ ਉਸ ਦੀ ਪ੍ਰੋਟੈਕਸ਼ਨ ਵਾਸਤੇ ਔਰ ਵਿਜੀਲ ਵਾਸਤੇ ਵੀ ਹੈਵ ਇੰਸਟਾਲਡ ਦਾ ਕੈਮਰਾਸ।
ਕੈਮਰੇ ਲੱਗੇ ਹਨ, 7 ਕੈਮਰੇ ਲੱਗੇ ਹਨ, ਨਾਲ ਵਾਈਫਾਈ ਕਨੈਕਸ਼ਨ, ਤਾਂ ਕਿ ਉਸ ਦੀ ਜਿਹੜੀ ਅਸੀਂ ਕਿਤੇ ਵੀ ਬੈਠ ਕੇ ਉੱਥੇ ਦੀ ਹਰਕਤਾਂ ਜਾਂ ਉੱਥੇ ਅਗਰ ਕੋਈ ਗੜਬੜ ਹੁੰਦੀ ਅਸੀਂ ਦੇਖ ਸਕੀਏ। ਜਿਸ ਤਰ੍ਹਾਂ ਪਿਛਲੀ ਮੀਟਿੰਗ 'ਚ ਅਸੀਂ ਅਪਰੂਵ ਕੀਤਾ ਸੀ ਆਲਰੇਡੀ ਕਿ ਅਸੀਂ ਇੱਕ ਨੈਸ਼ਨਲ ਲੈਵਲ ਦਾ ਫੰਕਸ਼ਨ ਕਰਾਂਗੇ ਪ੍ਰਿੰਟ ਓਲੰਪਿਕ ਦਾ, ਜਿਸ ਦੀ ਪ੍ਰਾਈਜ਼ ਬਣੀ ਹੋਏਗੀ 50,000। ਉਹ ਅਜੇ ਵੀ ਆਰ ਡਿਸਕਸਿੰਗ ਦੈਟ ਥਿੰਗ, ਔਰ ਮੇਬੀ ਇਨ ਦਾ ਕਮਿੰਗ ਟਾਈਮ ਵੀ ਵਿਲ ਬੀ ਗੋਇੰਗ ਟੂ ਅਸੀਂ ਆਲਸੋ ਗਵਰਨਮੈਂਟ ਦੀ ਇੱਕ ਸਕੀਮ ਸੀ MSME ਦੀ, ਉਹ ਦੇ ਵਿਸ਼ ਟੂ ਐਸਟੈਬਲਿਸ਼ ਸਮ ਟੈਕਨੋਲੋਜੀ ਸੈਂਟਰਸ ਐਟ ਡਿਫਰੈਂਟ ਸਿਟੀਜ਼, ਟੈਕਨੋਲੋਜੀ ਸੈਂਟਰ ਫॉर every profession. We have applied for technology center, main center for printing, main center at Ludhiana and sub center at Amritsar. I feel कि वो कल परसों मेरा आया सी WhatsApp, I think that has been approved, official letter आ जाएगा. We are not to pay anything for that, it's all government payment. साडा इन्ना कहते जो होएगा कि we have to provide the students. Students कौन होंगे? थोड़ी फैक्ट्री करने काम करने वाले बंदे हो सकते हैं, और अनएम्प्लॉयड यूथ हो सकती है. It's a government scheme to train the youth for technical things. Printing वास्ते hopefully Ludhiana is the main center and Amritsar as the sub center. Government is going to approve. That is what my report is for the period. Due to this lockdown, it is not possible to work physically. फिर भी ਅਸੀਂ ਆਪਣੇ ਲੈਵਲ ਤੇ ਸਾਡੀਆਂ ਕੁਝ ਹੋਰ ਤਰ੍ਹਾਂ ਦੀਆਂ ਮੀਟਿੰਗਾਂ ਜਾਂ ਹੋਰ ਪ੍ਰਿੰਟ ਓਲੰਪੀਅਡ ਜਾਂ ਵੈਬਿਨਾਰ ਕਰਕੇ we try to remain within the printers, ਉਹਨਾਂ ਦੇ ਨਾਲ ਗੱਲਬਾਤ ਕਰਕੇ ਪ੍ਰਿੰਟਰ ਦੀਆਂ ਪ੍ਰੋਬਲਮ ਹੱਲ ਕਰਨ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ। ਉਸੇ ਸੀਰੀਜ਼ ਦੇ ਵਿੱਚ ਜਿਸ ਤਰ੍ਹਾਂ ਹੁਣ ਨੈਸ਼ਨਲ ਲੈਵਲ ਤੇ ਅਸੀਂ ਇੱਕ ਮੀਟਿੰਗ ਕੀਤੀ ਸੀਗੀ ਈਸਟ ਚ, ਨਾਓ ਵੀ ਆਰ ਪਲਾਨਿੰਗ ਟੁਡੇ ਇੱਕ ਮੀਟਿੰਗ ਨਾਰਥ, ਪਹਿਲੇ ਸਾਊਥ ਚ ਹੋਏਗੀ ਫਿਰ ਨਾਰਥ ਚ ਹੋਏਗੀ। ਉਹਨਾਂ ਦੇ ਪ੍ਰਿੰਟਰ ਦੀ ਕੀ ਪ੍ਰੋਬਲਮ ਹੈ, ਸਾਡੇ ਕੋਲ ਕੁਝ ਆਈਆਂ ਵੀ ਲਿਖ ਕੇ ਪ੍ਰੋਬਲਮ ਉਹਨਾਂ ਦੀਆਂ। We are just gathering the information and that is the possibility we are looking after in this COVID period. So that is what my report is for this period. Anybody wants to say anything? कोई गल कुछ करना चाहेगा? बस ठीक है, एक्टिविटी अपन पता चल गई जी सर। अपन जो कंट्री जी में भी कोविड हैगा, पर फिर भी हर चीज हलचल हो रही है और अच्छी गल है। जिदा तुसीं कहा कि असीं अपनी प्रॉब्लम्स नूं जिहड़ियां सानूं थोड़ियां बहुतियां इह को अपना वर्चुअल वास्ते आ रही हैं, वी विल ओवरकम विद द टाइम। लेकिन असीं अपने मोटिव नूं, असीं अपने गोल नूं कहने रखिया होया एंड वी आर हैडिंग टूवर्ड्स। साडी स्पीड स्लो नहीं हुई, साडी स्पीड घट नहीं हुई, ठीक है, थोड़ा बहुता हालात के हिसाब नाल साडी दिक्कत हैगी है, बट एनीवे वी आर हैडिंग टूवर्ड्स आवर गोल। आई थिंक ये साडी बहुत वड्डी अचीवमेंट जो चल रही है। और प्रधान जी इस तो पहले कि मैं चोपड़ा जी को अकाउंट्स वास्ते आई विश दैट ਜਿਹੜੀ ਤੁਸੀਂ ਉਹ ਦੱਸ ਰਹੇ ਸੀ ਇੱਕ ਨਵਾਂ ਗਵਰਨਮੈਂਟ ਦਾ ਕਾਨੂੰਨ ਹਾਂ ਉਹ ਜਰਾ ਦੱਸੋ ਚੋ। ਇੱਕ TCS ਨਾ ਗਵਰਨਮੈਂਟ ਨੇ ਸਕੀਮ ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਹੈਗੀ ਆ, 1 ਅਕਤੂਬਰ ਤੋਂ ਲਾਗੂ ਹੋ ਚੁੱਕੀ ਹੈ। ਕਿਸੇ ਵੀ ਪਾਰਟੀ ਨਾਲ ਅਗਰ ਆਪਣੀ 50 ਲੱਖ ਦੀ ਸਾਲ ਦੀ ਟ੍ਰਾਂਜੈਕਸ਼ਨ ਹੈਗੀ ਹੈ ਸਾਲ ਦੀ, ਇੱਕ ਵਾਰ ਉਹ ਫਿਰ ਵੀ ਸਕੀਮ ਨੂੰ ਪੜ੍ਹ ਲਿਓ, 0.5% ਆਪਾਂ ਨੂੰ ਉਹਦੇ ਤੇ ਕੱਟਣਾ ਪਊਗਾ, ਐਵਰੀ ਮੰਥ ਆਪਾਂ ਨੂੰ ਰਿਟਰਨ ਦੇਣੀ ਪਊਗੀ। ਇਟ ਇਜ਼ ਲਾਈਕ ਅ TDS, 0.5% ਹੈ ਉਹਦਾ, ਔਰ ਉਹ ਆਪਾਂ ਐਵਰੀ ਮੰਥ ਜਮ੍ਹਾਂ ਕਰਾਵਾਂਗੇ ਤੇ ਉਹਨਾਂ ਦੇ ਜਿਹੜੀ ਐਡਜਸਟਮੈਂਟ ਹੈਗੀ ਆ ਮੇਨ ਇਨਕਮ ਟੈਕਸ ਰਿਟਰਨ ਦੇ ਵਿੱਚ ਹੋ ਜਾਊਗੀ। TCS ਪ੍ਰਧਾਨ ਜੀ ਇਹ ਮਤਲਬ ਹਰ ਮਹੀਨੇ ਜਿੰਨੇ ਉਹਨਾਂ ਦੇ ਬਿੱਲ ਬਣਨਗੇ ਉਸ ਬਿੱਲ ਤੋਂ ਸਾਨੂੰ 0.5% ਕੱਟ ਕੇ ਜਮ੍ਹਾਂ ਕਰਾਉਣਾ ਪਏਗਾ। ਹਾਂ, ਜੋ ਆਪਾਂ ਅੱਗੇ TDS ਕਰਦੇ ਆ ਸੇਮ ਸਿਸਟਮ ਨਹੀਂ TDS ਦਾ ਪੇਮੈਂਟ ਤੇ ਕੱਟੇ ਜਾਂਦਾ, ਨਹੀਂ ਤਾਂ ਜਿਸ ਵੇਲੇ ਬਿੱਲ ਬਣੇਗਾ ਤਾਂ ਕੱਟੇ ਜਾਣਗੇ। ਨਹੀਂ ਚੋਪੜਾ ਜੀ ਇਦਾਂ ਦੀ ਕੋਈ ਗੱਲ ਨਹੀਂ ਹੈ, ਮਹੀਨੇ ਬਾਅਦ ਦੇਣਾ ਆਪਾਂ 50 ਲੱਖ ਤੋਂ ਉੱਪਰ ਦਾ। ਨਹੀਂ ਕੁਛ ਨਹੀਂ ਮਤਲਬ TDS ਤੋਂ ਹੁੰਦਾ, ਨਹੀਂ ਜਦੋਂ ਪੇਮੈਂਟ ਆਈ ਤਾਂ ਦੀ ਗੱਲ ਹੈ। ਇਹ ਤਾਂ ਹੁਣ ਕਿਸੇ ਦਾ ਆਪਾਂ ਪੇਮੈਂਟ ਰਸੀਟ ਦੇ ਉੱਪਰ ਨਹੀਂ, ਬਿੱਲ ਤੇ ਜ਼ਰੂਰਤ ਨਹੀਂ ਹੈ, ਬਿੱਲ ਤੇ ਜ਼ਰੂਰਤ ਨਹੀਂ ਹੈ। ਤੁਸੀਂ ਜਦੋਂ ਤੁਹਾਡੀ ਪੇਮੈਂਟ ਆਏਗੀ 50 ਲੱਖ ਤੋਂ ਬਾਅਦ ਉਦੋਂ ਦੇ ਸਕਦੇ ਹੋ। ਸਾਰਿਆਂ ਨੂੰ ਸਮਝ ਆ ਗਈ ਹੋਵੇ ਗੱਲ, ਜਿਹੜੇ ਜਿਸ ਪਾਰਟੀ ਨਾਲ ਤੁਹਾਡੀ ਡੀਲਿੰਗ ਸਾਲ ਦੀ 50 ਲੱਖ ਤੋਂ ਉੱਤੇ ਹੈ, 50 ਲੱਖ ਹੈ ਨਾ, 50 ਲੱਖ ਤੋਂ ਉੱਤੇ ਹਾਂਜੀ 50 ਲੱਖ ਪਾਰਟੀ ਦਾ ਤੁਸੀਂ ਹਰ ਮਹੀਨੇ ਜਮ੍ਹਾਂ ਕਰਾਣੇ ਆ। ਜਿੰਨੀ ਪੇਮੈਂਟ ਉਹਨਾਂ ਦੀ ਜੋ ਪੇਮੈਂਟ ਆਏਗੀ ਉਹਦੇ 0.5% ਜਮ੍ਹਾਂ ਕਰਾਣਾ ਉਹਨਾਂ ਦਾ ਗਵਰਨਮੈਂਟ ਨੂੰ। ਬਿਲਕੁਲ ਠੀਕ ਹੈ, ਜਮ੍ਹਾਂ ਪੇਮੈਂਟ ਆਈ ਤੇ ਬਿਲਕੁਲ ਜਿਸ ਉਹਨਾਂ ਦੀ ਪੇਮੈਂਟ ਆਦੀ ਉਹਦੇ ਜੋ 0.5% ਜਮ੍ਹਾਂ ਕਰਾਣਾ। ਉਹ ਦੈਟ ਇਜ਼ ਇਹ ਗਵਰਨਮੈਂਟ ਦੀ ਇੱਕ ਨਵੀਂ ਸਕੀਮ ਹੈ, 1 ਅਕਤੂਬਰ ਤੋਂ ਆਲਰੇਡੀ ਚਾਲੂ ਹੋ ਚੁੱਕੀ ਹੈ। ਮੈਂ ਇੱਕ ਵਾਰੀ ਸਟੱਡੀ ਕਰਕੇ ਇਸ ਦੀ ਡਿਟੇਲ ਵੀ ਕੋਸ਼ਿਸ਼ ਕਰਾਂਗਾ ਸਾਰੇ ਬਾਕੀ ਮੈਂਬਰਾਂ ਨੂੰ ਭੇਜਣ ਦੀ, ਲੇਕਿਨ ਤੁਸੀਂ ਜਿਹੜੇ ਬੰਦੇ ਬੈਠੇ ਹਨ ਇਸ ਦਾ ਧਿਆਨ ਰੱਖਣ, ਕਿਉਂਕਿ ਕੋਈ ਵੀ ਕਾਨੂੰਨ ਨਾ ਮੰਨਣਾ ਜ਼ਿਆਦਾ ਗੜਬੜ ਹੋ ਜਾਂਦੀ ਹੈ।
ਇਹ ਚੋਪੜਾ ਜੀ ਦੋ ਚੀਜ਼ਾਂ ਨਾ, ਇੱਕ ਬਿੱਲ ਦੇ ਉੱਪਰ ਵੀ ਲਾ ਸਕਦੇ ਆ ਜਾਂ ਫਿਰ ਆਪਾਂ ਬਾਅਦ ਦੇ ਵਿੱਚ ਵੀ ਜਮ੍ਹਾਂ ਕਰਾ ਸਕਦੇ ਹਾਂ ਜਦੋਂ ਪੇਮੈਂਟ ਆਈ ਤੇ ਵੀ ਸਿਸਟਮ ਇੱਕ ਫੋਲੋ ਕਰ ਲਓ ਜਿਹੜਾ ਵੀ ਕਰਨਾ। ਜਿਹੜਾ ਮਰਜ਼ੀ ਕਰ ਲਓ, ਠੀਕ ਹੈ, ਭਾਵੇਂ ਬਿੱਲ ਤੇ ਵੀ ਕਰਾ ਜਿੱਦਾਂ ਮਰਜ਼ੀ ਜਮ੍ਹਾਂ ਕਰਾ ਲਓ। ਨਹੀਂ ਬਿੱਲ ਦੇ ਵਿੱਚ ਆਪਾਂ ਨੂੰ ਐਡਵਾਂਸ ਹੀ ਜਮ੍ਹਾਂ ਕਰਾਉਣਾ ਪਏਗਾ, 7 ਤਰੀਕ ਤੱਕ ਜਮ੍ਹਾਂ ਕਰਾਉਣਾ ਪਏਗਾ, ਸਾਵੇਂ ਪੇਮੈਂਟ ਆਣੀ ਆਪਣੀ 3 ਮਹੀਨੇ ਬਾਅਦ, ਆਪਾਂ ਉਹ ਫੋਲੋ ਕਰਨਾ ਚਾਹੀਦਾ ਆਪਾਂ ਨੂੰ। ਪੇਮੈਂਟ ਆਈ ਤੇ ਉਹ ਜਿਹੜਾ ਜਮ੍ਹਾਂ ਕਰਾਵਾਂਗੇ ਸਾਡੇ ਇਨਕਮ ਟੈਕਸ ਐਡਜਸਟ ਹੋ ਜਾਏਗਾ। एडवांस इनकम टैक्स हो जाने पर एडवांस जमा हो जाएगा, जैसे एडवांस टैक्स जस्ट लाइक एडवांस टैक्स हो गया, एडवांस टैक्स है नाल नाल गवर्नमेंट बुलाना। जी 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 चलो, थैंक यू सर, थैंक यू प्रधान जी, इट्स अ गुड इंफॉर्मेशन फॉर ऑल, वी विल ट्राई टू पब्लिश टू ऑल। ਨੈਕਸਟ ਆਈਟਮ ਸਾਡੇ ਕੋਲ ਜੋੜਾ ਅਸੀਂ ਕੀ ਕਰੀਦਾ ਹਰ ਮੀਟਿੰਗ ਦੇ ਵਿੱਚ, ਇਹ ਸਾਡੀ ਹੀ ਟ੍ਰੈਡੀਸ਼ਨ, ਆਈ ਡੋਂਟ ਥਿੰਕ ਇੰਡੀਆ ਦੀ ਕੋਈ ਵੀ ਐਸੋਸੀਏਸ਼ਨ ਇਸ ਤਰ੍ਹਾਂ ਕਰਦੀ ਹੈ। ਅਸੀਂ ਹਰ ਕਿਸਮ ਦਾ ਖਰਚਾ ਜਿੱਤੋਂ ਪੈਸਾ ਆਇਆ ਜਾਂ ਗਿਆ ਹੈ 1 ਮਹੀਨੇ ਦੇ ਅੰਦਰ, ਇਟਸ ਨਾਟ ਅਕਾਊਂਟ ਨਹੀਂ ਹੈ, ਨਾਲ ਬੈਂਕ ਡਿਟੇਲ ਕੈਸ਼ ਇਨ, ਤਾਂ ਕਿ ਸਭ ਨੂੰ ਟ੍ਰਾਂਸਪੇਰੈਂਟ ਪਤਾ ਲੱਗਦਾ ਰਹੇ ਸਾਡੇ ਕੋਲ ਕਿੱਥੇ ਪੈਸਾ ਖਰਚ ਹੋ ਰਿਹਾ ਹੈ, ਕਿਉਂਕਿ ਇਸ ਤੋਂ ਇਲਾਵਾ ਤਾਂ ਇਲਾਜ ਹੀ ਕੋਈ ਨਹੀਂ, ਕੈਸ਼ ਕਿਤੋਂ ਆਣਾ ਨਹੀਂ, ਕੈਸ਼ ਨਾ ਕਿਤੇ ਕੈਸ਼ ਜਾਣਾ ਹੈ। ਤੇ ਚੋਪੜਾ ਜੀ ਦੱਸਣਗੇ ਇਸ ਮਹੀਨੇ ਦਾ ਪੈਸੇ ਕਿੱਥੋਂ ਆਏ ਤੇ ਕਿੱਥੇ ਗਏ। ਚੋਪੜਾ ਜੀ ਪਲੀਜ਼। नमस्कार सर, स्टेटमेंट ऑफ रिसिप्ट एंड पेमेंट ऑफ 28 सितंबर टू 17 अक्टूबर 2020। रिसिप्ट पेंडिंग पेमेंट ब्रॉड हाइट्स 1500 रुपया, स्पॉन्सरशिप प्रिंट एम्प्लॉयड ऑल इंडिया फेडरेशन तो आए 2 लाख रुपया, ये टोटल हो गए 2,01,500 रुपया। ਤੇ ਉਸ ਤੋਂ ਬਾਅਦ ਹੈ पेमेंट ਦੇ ਵਿੱਚ ਆਪਣੀ ਮੰਥਲੀ ਰੈਂਟ ਫਾਰ ਜੂਨ ਮੀਟਿੰਗ 1200 रुपया, इलेक्ट्रिसिटी बिल 2390 रुपए, सैलरी 19,974 रुपए, TDS 719, टोनर रिफल 708 कोरियर एंड स्पीड पोस्ट 456 रुपए, गिफ्ट सेंट टू प्रिंट ओलंपियाड जजेस बाई पोस्ट 4,682 रुपए, प्रिंटिंग ऑफ बर्थडे कार्ड प्रिंट ओलंपियाड सर्टिफिकेट पोस्ट 23,181 रुपए, नेट प्लस ब्रॉडबैंड साउथ सिटी 3,535 रुपए, कैमरा साउथ सिटी 39,186 रुपए, टोटल 96,031। ते बैंक बैलेंस है 7,93,148 रुपए, कैश इन हैंड है 1,588 रुपए। प्रिंट पंजाब प्रिंट का ऐटी कोई खर्चा नहीं होया हैगा सर। ये बैंक बैलेंस है 3,74,052 रुपये, कैश इन हैंड है 1,290 रुपए। ये बारे अगर किसी ने कोई चीज पूछनी हो तो पूछ सकता है, वैसे थोनों ऐटी WhatsApp से सारा कुछ भेजता। Anybody wants to ask anything? Accounts बारे कोई? Okay जी। ठीक है जोड़े अकाउंट ਸਾਡੇ ਪਾਸ ਹੈ। ਹੁਣ ਸਾਡੇ ਕੋਲ ਜਿਹੜਾ ਨੈਕਸਟ ਜਿਹੜੇ ਆ ਜਾਂਦੇ ਪ੍ਰੋਜੈਕਟ ਸਾਡੇ ਕੋਲ, ਇੱਕ ਤਾਂ ਸਭ ਤੋਂ ਪਹਿਲੇ ਤਾਂ ਮਨੋਜ ਜੀ ਦਾ ਹੈ ਪ੍ਰੋਜੈਕਟ ਕੈਲੰਡਰ ਦਾ, ਸਾਡੇ ਮਨੋਜ ਜੀ ਉਸਦੇ ਇੰਚਾਰਜ ਹਨ। ਉਹਦੇ ਸਾਡੇ ਕੋਲ ਜੋ ਆ ਰਿਹਾ ਕਿ ਜਿਹੜੀਆਂ ਟੋਟਲ ਐਡ ਹੁੰਦੇ 18 ਪਿਛਲੇ ਕੈਲੰਡਰ 'ਚ 18 ਐਡ ਲੱਗੀਆਂ ਹੋਈਆਂ ਜਿਹੜੀਆਂ 10,000 ਵਾਲੀਆਂ, 4 ਐਡ ਲੱਗੀਆਂ ਜਿਹੜੀਆਂ 20,000 ਵਾਲੀਆਂ। ਤੇ ਸਾਡੇ ਸਟਾਫ ਨੇ ਆਪਣੇ ਵੱਲੋਂ ਟਰਾਈ ਕਰਕੇ we have already block 11 ਐਡ ਸਮਾਲ ਤੇ 2 ਵੱਡੀਆਂ। ਹੁਣ ਬਾਕੀ ਜਿਹੜੇ ਮਨੋਜ ਜੀ ਨੂੰ ਕਹਾਂਗੇ ਜਰਾ ਟਰਾਈ ਕਰਨ ਤਾਂ ਕਿ ਕੈਲੰਡਰ ਜਲਦੀ ਛਪ ਜਾਏ। ਕੋਈ ਨਹੀਂ, ਕਰ ਦਿੰਦੇ ਜੀ, ਕਰ ਦਿੰਦੇ। ਨਹੀਂ ਹੋ ਰਹੀ ਹੈ ਜੀ, ਆਪਣਾ ਗੱਲ ਹੋ ਗਈ ਸੀ ਜੀ, ਉਹਦੇ ਨਾਲ ਹੋ ਗਈ ਗੱਲ, ਚਲੋ ਗੁੱਡ। ਮੈਂ ਉਸ ਸਟਾਫ ਨੂੰ ਤੁਹਾਡੇ ਨਾਲ ਗੱਲ ਕਰਦੇ ਰਹਿਣਗੇ। ਹਾਂਜੀ ਹਾਂਜੀ ਜੀ ਜਲਦੀ ਤੋਂ ਜਲਦੀ ਹੋ ਜਾਏਗਾ ਕੈਲੰਡਰ, ਵੀ ਟਰਾਈ ਟੂ ਪਬਲਿਸ਼, ਤਾਂ ਕਿ ਨਵੇਂ ਸਾਲ ਦਾ ਕੈਲੰਡਰ ਤਾਂ ਛਪੇ ਨਾ, ਗਵਰਨਮੈਂਟ ਨੇ ਫਾਰਮ ਬੰਦ ਕਰਤੇ, ਇਸ ਤਾਂ ਛਪਣਾ ਇਸ ਵਾਰ ਆਪਣੇ। ਕੋਈ ਨਹੀਂ ਸਰ ਬਾਕੀ ਸਾਡੇ ਕੋਲ ਨੈਕਸਟ ਆ ਜਾਂਦਾ ਹੁਣ ਜਿਹੜਾ ਮੇਨ ਇਸ ਲਈ ਪ੍ਰੋਜੈਕਟ ਚੱਲ ਰਿਹਾ, ਦੈਟ ਇਜ਼ ਦਾ ਆਲ ਇੰਡੀਆ ਫੈਡਰੇਸ਼ਨ ਇਲੈਕਸ਼ਨ। ਤੇ ਸਾਰੇ GC ਮੈਂਬਰਾਂ ਦੀ ਜ਼ਰੂਰਤ ਹੈ ਸਾਨੂੰ, ਤੁਹਾਡੇ ਸਭ ਦੀ ਵੀ ਲੋੜ ਹੈ, ਤੁਹਾਡੀ ਵੋਟਾਂ ਦੀ ਵੀ ਲੋੜ ਹੈ, ਔਰ ਤੁਹਾਡੀ ਪ੍ਰਮੋਸ਼ਨ ਦੀ, ਤੁਹਾਡੇ ਵੱਲੋਂ ਵੀ ਪ੍ਰਮੋਸ਼ਨ ਹੋਣੀ ਚਾਹੀਦੀ ਹੈ। ਵੀ ਅਗਰ ਸਾਡਾ ਗਰੁੱਪ ਨੂੰ ਯੂ ਵਿਲ ਪ੍ਰਮੋਟ ਤਾਂ ਜ਼ਿਆਦਾ ਅੱਛਾ ਲੱਗੇਗਾ। ਅੱਜ ਮੀਟਿੰਗ ਰੱਖੀ ਹੋਈ ਹੈ ਅਸੀਂ, ਇੱਕ 11:30 ਵਜੇ, ਇੱਕ 4 ਵਜੇ, ਤੇ ਉਹ ਮੀਟਿੰਗਾਂ ਸਮਝੋ ਇਲੈਕਸ਼ਨ ਮੀਟਿੰਗ ਸਮਝ ਲਓ ਇੱਕ ਤਰੀਕੇ। ਲੇਕਿਨ ਉਹਦੇ ਕੋਈ ਅੱਛੀਆਂ ਗੱਲਾਂ ਵੀ ਹਨ।
ਜਿਸ ਤਰ੍ਹਾਂ ਅਸੀਂ ਸੁਜੈਸ਼ਨ ਮੰਗ ਰਹੇ ਹਾਂ, ਕੁਝ ਅੱਛੀਆਂ ਸੁਜੈਸ਼ਨ ਬੰਦੇ ਕੋਲ ਆਈਆਂ ਰਿਗਾਰਡਿੰਗ ਦੀਜ਼। ਪ੍ਰਧਾਨ ਜੀ ਉੱਤੇ ਜਾਣੇ ਬੰਦੇ ਅੱਜ ਕੱਲ੍ਹ ਕੀ ਪ੍ਰੋਬਲਮ ਕੀ ਫੇਸ ਕਰ ਰਹੇ, ਉਹਨਾਂ ਨੂੰ ਪੁੱਛਿਆ ਸੀ ਤੇ ਕਈ ਕੁਝ ਨया ਵੀ ਨਿਕਲ ਕੇ ਆਇਆ ਹੈ, ਉਹ ਅਸੀਂ ਅੱਜ ਡਿਸਕਸ ਕਰਾਂਗੇ। ਔਰ ਕਈ ਗੱਲਾਂ ਸਾਡੇ ਵੀ ਕੰਮ ਦੀਆਂ ਹਨ, ਜਿਸ ਤਰ੍ਹਾਂ ਹੁਣ ਗਵਰਨਮੈਂਟ ਨੇ ਇੱਕ ਆਰਡਰ ਕਰਤਾ ਕਿ ਕੈਲੰਡਰ ਡਾਇਰੀ ਨਹੀਂ ਛਾਪਣੇ, ਤੇ ਮਿਲ ਕੇ ਹੀ ਸਭ ਕੁਝ ਹੁੰਦਾ। ਔਰ ਜੋ ਇਲੈਕਸ਼ਨ ਵਾਸਤੇ ਅਸੀਂ ਇੱਕ ਕਹੇ ਸੀ ਵੀ ਆਪਾਂ ਇੱਕ ਟੀਮ ਅਗਲੇ ਸਾਲ ਦੀ ਵੀ ਤਿਆਰ ਕਰੀਏ। ਔਰ ਪਿਛਲੀ ਜਿਹੜੀ ਸਾਡੀ ਕੋਰ ਕਮੇਟੀ ਮੀਟਿੰਗ ਉੱਤੇ ਮੈਂ ਕਿਹਾ ਸੀ ਸਾਡੇ ਬੰਦੇ ਜਿਹੜੇ ਅੱਗੇ ਆਉਣਾ ਚਾਹੁੰਦੇ ਹਨ ਪਲੀਜ਼ ਮੀਟਿੰਗ ਅਟੈਂਡ ਕਰੋ, ਦੈਟ ਇਜ਼ ਅ ਮਸਟ। ਔਰ ਮੀਟਿੰਗ 'ਚ ਕੋਈ ਬੋਲੋ ਆ ਕੇ, ਕੋਈ ਨਾ ਕੋਈ ਆਪਣਾ ਇਨਪੁਟ ਦਿਓ ਤਾਂ ਕਿ ਤੁਹਾਨੂੰ ਯਾਦ ਰਹੇ। ਕੱਲ ਨੂੰ ਤੁਹਾਡੇ ਚੋਂ ਅਸੀਂ ਕੋਈ ਵਾਈਸ ਪ੍ਰੈਜ਼ੀਡੈਂਟ, ਕੋਈ ਜਨਰਲ ਸੈਕਟਰੀ, ਕੋਈ ਪ੍ਰੈਜ਼ੀਡੈਂਟ ਲੈ ਕੇ ਆਈਏ ਹੋਰ ਅੱਗੇ, ਉਹਦੇ ਵਾਸਤੇ ਸਾਲ ਮਿਹਨਤ ਵੀ ਕਰਨੀ ਪੈਂਦੀ ਹੈ, ਇੱਕਦਮ ਨਹੀਂ ਹੁੰਦਾ, ਅਚਾਨਕ ਨਹੀਂ ਹੁੰਦਾ। ਯੂ ਸ਼ੁਡ ਬੀ ਕਮ ਇਨ ਦਾ ਲਾਈਮਲਾਈਟ ਆਫ, ਕਿਉਂਕਿ ਵੋਟਿੰਗ ਸਾਰੀ ਇੰਡੀਆ 'ਚ ਹੋਣੀ ਹੈ, ਸਿਰਫ ਆਪਣੇ ਲੁਧਿਆਣੇ ਜਲੰਧਰ ਤੋਂ ਨਹੀਂ ਹੋਣੀ। ਇੰਡੀਆ 'ਚ ਲੋਕੀ ਤੁਹਾਨੂੰ ਜਾਣਦੇ ਹੋਣੇ ਚਾਹੀਦੇ ਆ, ਜਿਸ ਲਈ ਵੋਟਿੰਗ ਕਰਨਗੇ ਤਾਂ ਥੋੜਾ ਜਿਹਾ ਫਰਕ ਤਾਂ ਪਏਗਾ ਹੀ ਨਾ। ਤੇ ਐਨੀਬਡੀ ਹੂ ਵਾਂਟਸ ਟੂ ਕਮ, ਮੈਂ ਤਾਂ ਕਹਿੰਦਾ ਸਾਰੇ ਆਓ, ਆਏ ਅੱਗੇ ਬੰਦੇ ਆਵਾਂਗੇ ਤਾਂ ਅੱਗੇ ਲਾਈਨ ਚੱਲੇਗੀ ਨਾ, ਅਦਰਵਾਈਜ਼ ਤਾਂ ਗੱਲ ਹੀ ਖਤਮ ਹੋ ਜਾਏਗੀ ਇੱਥੇ। ਤੇ ਇਲੈਕਸ਼ਨ ਦਾ ਸਾਰੇ ਇੰਟਰਸਟ ਲਓ। ਔਰ ਜਿਹੜੀਆਂ ਹੁਣ ਮੀਟਿੰਗ, ਇੱਕ ਤਾਂ ਜਿਹੜੀਆਂ ਸਾਡੀਆਂ ਮੀਟਿੰਗਾਂ ਹਨ ਜਿਹੜੀਆਂ ਅਸੀਂ ਕਰ ਰਹੇ, ਉਹ ਵੀ ਜ਼ਰੂਰ ਅਟੈਂਡ ਕਰੋ। ਔਰ 28, 29, 30 ਜਾਂ 29, 30, 31 3 ਦਿਨ ਮੀਟਿੰਗ ਹੋਏਗੀ ਲਗਾਤਾਰ। ਦੈਟ ਇਜ਼ ਅ ਮਸਟ ਟੂ ਬੀ ਅਟੈਂਡਡ। ਜੀਸੀ ਮੈਂਬਰ ਰਹਿਣ ਦਾ ਮਤਲਬ ਹੀ ਉਹਦੇ ਨਾਲ ਹੈ, ਅਦਰਵਾਈਜ਼ ਸਾਡਾ ਜਿਸ ਤਰ੍ਹਾਂ ਪਿਛਲੇ ਵਾਰੀ ਹੁੰਦਾ, ਜਿਹੜਾ ਇਹਨਾਂ ਮੀਟਿੰਗਾਂ ਨੂੰ ਅਟੈਂਡ ਨਹੀਂ ਕਰਦਾ, ਵੀ ਡੋਂਟ ਕੀਪ ਹਿਮ ਐਜ਼ ਜੀਸੀ, ਸਾਡਾ ਮਕਸਦ ਹੀ ਹੁੰਦਾ ਹੈ। ਤੇ ਇਹ ਸਾਰੀਆਂ ਮੀਟਿੰਗਾਂ ਅਟੈਂਡ ਕਰਨੀਆਂ ਜ਼ਰੂਰੀ ਹੈ, ਟਾਈਮ ਕੱਢੋ ਇਹਨਾਂ ਵਾਸਤੇ। ਇਹ ਆਪਣੇ ਵਾਸਤੇ ਹੀ ਟਾਈਮ ਹੈ ਸਰ, ਇਹ ਮਤਲਬ ਪ੍ਰਿੰਟਿੰਗ ਇੰਡਸਟਰੀ ਵਾਸਤੇ ਹੀ ਟਾਈਮ ਹੈ। ਨੈਕਸਟ ਸਾਡੇ ਕੋਲ ਸਰ ਇੱਕ ਪੁਆਇੰਟ ਹੋਰ ਹੈ, ਉਹ ਇਹ ਡਿਸਕਸ ਇਸ ਤਰ੍ਹਾਂ ਕਰਨਾ ਸੀ ਕਿ ਜਿਸ ਤਰ੍ਹਾਂ ਇਲੈਕਸ਼ਨ ਵਾਸਤੇ ਅਸੀਂ ਰੈਜ਼ੋਲੂਸ਼ਨ ਪਾਸ ਕੀਤਾ ਸੀ ਕਿ ਸਾਡੀ ਐਸੋਸੀਏਸ਼ਨ ਦਾ ਇੱਕ ਬੰਦਾ ਫਾਰ ਦਾ ਪੋਸਟ ਆਫ ਪ੍ਰੈਜ਼ੀਡੈਂਟ ਕਾਗਜ਼ ਫਾਈਲ ਕਰੇਗਾ। ਹੁਣ ਸਾਡੇ ਕੋਲ ਕੁਝ ਇੱਕ ਮੈਂਬਰ ਜਿਸ ਤਰ੍ਹਾਂ ਅਰੁਣ ਗੁਪਤਾ ਹੈ, ਉਹ ਸਾਡੀ ਐਸੋਸੀਏਸ਼ਨ ਦਾ ਹੀ ਮੈਂਬਰ ਹੈ, ਹਾਊ ਕੈਨ ਹੀ ਫਾਈਲ ਦਾ ਪੇਪਰ? ਜਦ ਸਾਡਾ ਇੱਕ ਰੈਜ਼ੋਲੂਸ਼ਨ ਬਣ ਗਿਆ ਤਾਂ ਦੈਟ ਇਜ਼ ਇੱਕ ਡਿਸਓਬੀਡੀਐਂਸ ਆਫ ਦੀ ਆਰਡਰ ਆਫ ਦਾ ਐਗਜ਼ੈਕਟਿਵ ਹੋ ਗਿਆ। ਤੇ ਇਹਦੇ ਤੇ ਆਪਾਂ ਨੂੰ ਕੋਈ ਐਕਸ਼ਨ ਲੈਣਾ ਚਾਹੀਦਾ ਹੈ ਕਿ ਨਹੀਂ ਲੈਣਾ ਚਾਹੀਦਾ, ਕੀ ਕਰਨਾ ਚਾਹੀਦਾ? ਪਲੀਜ਼ ਮੈਂ ਰਾਏ ਜਾਣਨੀ ਚਾਹੂੰਗਾ ਸਾਰਿਆਂ ਦੀ। ਮੈਂਬਰਸ ਔਰ ਐਜ਼ ਪਰ ਉਹਦਾ ਰੈਜ਼ੋਲੂਸ਼ਨ, ਜਿਹੜਾ ਸਾਡਾ ਕੋਈ ਮੈਂਬਰ ਹੋਏਗਾ ਉਸ ਨੂੰ ਜੋ ਵੀ ਕਾਨੂੰਨ ਹੈ ਉਹ ਮੰਨਣਾ ਪਏਗਾ, ਤੇ ਆਪਾਂ ਨੂੰ ਕੁਝ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ? ਉਹਦੇ ਚ ਇਦਾਂ ਚੋਪੜਾ ਹੀ ਬੋਲੋ ਇੱਕ ਇੱਕ ਕਰਕੇ। ਚੋਪੜਾ ਹੀ ਆਪਾਂ ਆਪਣੇ ਵੱਲੋਂ ਤਾਂ ਕਰਦਾ ਉਹ ਜੀ ਪਲੀਜ਼ ਬੋਲੋ। ਉਹਦਾ ਮੈਂਬਰ ਤਾਂ ਹੈਗਾ ਹੀ ਹੈ ਨਾ ਜੀ। ਨਹੀਂ ਸਾਡੇ ਵੱਲੋਂ ਆਪਾਂ ਆਪਣੀ ਐਸੋਸੀਏਸ਼ਨ ਐਕਸ਼ਨ ਲੈਣਾ ਨਾ, ਸਾਡੇ ਉਹ ਸਾਡਾ ਵੀ ਮੈਂਬਰ ਉਹਦਾ ਹੀ ਮੈਂਬਰ ਆ, ਉਹ ਤਾਂ ਇਲੈਕਸ਼ਨ ਤਾਂ ਲੜੇਗਾ, ਦੈਟਸ ਨਾਟ ਅ ਪ੍ਰੋਬਲਮ। ਆਪਾਂ ਤਾਂ ਉਹਨੂੰ ਐਕਸ਼ਨ ਆਪਾਂ ਨੂੰ ਲੈਣਾ ਚਾਹੀਦਾ ਹੈਗਾ ਤਾਂ ਜੋ ਡਿਸਪਲਿਨ ਮੇਨਟੇਨ ਰਵੇ, ਵੀ ਇਹ ਸਾਡਾ ਹੈਗਾ। ਬਟ ਉਹ ਵਾਲੇ ਵੀ ਐਨੀ ਅਦਰ ਹੋਰ ਕੋਈ ਬੰਦਾ ਕੋਈ ਰਾਏ ਦੇਣੀ ਚਾਹੀਦਾ? ਐਨੀ ਅਦਰ ਆਪਣਾ ਜਿਹੜਾ ਹੈਗਾ ਓਪੀਏ ਦਾ ਮੈਂਬਰ ਹੈ ਨਾ ਉਹ? ਜੀ 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 ਅਸੀਂ ਫੈਸਲਾ ਇਹ ਕੀਤਾ ਸੀ ਕਿ ਜਿਹੜੇ ਗਵਰਨਮੈਂਟ ਦੇ ਬੈਨੀਫਿਟ ਮਿਲਦੇ ਆ ਅਸੀਂ ਸਿਰਫ ਆਪਣੇ ਮੈਂਬਰ ਨੂੰ ਦਿਆਂਗੇ। ਰਾਈਟ। ਜਦੋਂ ਜਿਹਨੇ ਫੋਰਨ ਜਾਣਾ ਸੀ ਉਹਨੂੰ ਮੈਂਬਰ ਬਣਨਾ ਪਿਆ। ਇਸ ਚੱਕਰ 'ਚ ਜੰਮੂ ਦੇ 5 ਹੈ, ਕੋਈ ਹੋਰ ਵੀ ਹੈ, ਫਰੀਦਾਬਾਦ ਤੋਂ ਵੀ ਹੈ, ਦਿੱਲੀ ਤੋਂ ਵੀ, ਉਹ ਮੈਂਬਰ ਸਾਡੇ ਬਣ ਗਏ, ਉਹ ਸਾਡੇ ਮੈਂਬਰ ਹੈ, ਰੈਗੂਲਰ ਮੈਂਬਰ ਹੈ। ਤੇ ਜਿਹੜਾ ਸਾਡੀ ਜਿਵੇਂ ਕੁਛ ਜੀ ਦੱਸ ਰਹੇ ਸੀ, ਕਹਿ ਰਹੇ ਸੀ, ਗੱਲ ਤੋਂ ਇਹ ਕਿ ਸਾਡੀ ਐਸੋਸੀਏਸ਼ਨ ਅਗਰ ਕੋਈ ਮੈਂਬਰ ਗਲਤ ਕਰਦਾ ਹੈ ਉਹਦੇ ਤਾਂ ਸਾਡਾ ਐਜ਼ ਇਟ ਬੰਦਾ ਹੈਗਾ ਸੀ, ਉਹ ਤਾਂ ਸਾਡੇ ਕਨਸਟੀਟਿਊਸ਼ਨ ਵੀ ਕਹਿੰਦਾ ਕਿ ਨੋਬਡੀ ਕੈਨ ਓਬੇ। ਹੁਣ ਉਹਨਾਂ ਦੀ ਐਸੋਸੀਏਸ਼ਨ ਅਲੱਗ ਹੈ, ਲੇਕਿਨ ਸਾਡੀ ਐਸੋਸੀਏਸ਼ਨ ਦੇ ਵਿੱਚ ਤਾਂ ਕੋਈ ਬੰਦਾ ਡਿਸਓਬੇ ਨਹੀਂ ਨਾ ਕਰ ਸਕਦਾ। ਤੇ ਉਹਨਾਂ ਨੂੰ ਫਿਰ ਅੱਜ ਅਗਰ ਅਸੀਂ ਉਹਨੂੰ ਸਪੋਜ਼ ਕਰੋ ਆਪਾਂ ਫੈਸਲਾ ਕਰਦੇ ਕਿ ਡੀਬਾਰ ਕਰਦੇ ਮੈਂਬਰ ਤੋਂ, ਤਾਂ ਕੱਲ ਨੂੰ ਗਵਰਨਮੈਂਟ ਦੇ ਕੋਈ ਬੈਨੀਫਿਟ ਉਹਨੂੰ ਵੀ ਤਾਂ ਨਹੀਂ ਮਿਲਣਗੇ। ਯੂ ਕੈਨ ਨਾਟ ਗੈਟ ਦੈਟ ਬੈਨੀਫਿਟ। ਸਰ ਇੱਕ ਤੇ ਮੈਂ ਸਾਰਿਆਂ ਨੂੰ ਦੱਸਣਾ ਚਾਹੂੰਗਾ, ਇਟਸ ਨਾਟ ਅ ਸਮਾਲ ਥਿੰਗ। ਆਫਸੈਟ ਪ੍ਰਿੰਟਰ ਐਸੋਸੀਏਸ਼ਨ ਦਾ ਓਨਲੀ ਐਸੋਸੀਏਸ਼ਨ ਇਨ ਇੰਡੀਆ, ਕੋਈ ਵੀ ਸਾਰੀਆਂ ਐਗਰੀਕਲਚਰ ਹੈਂਡ ਤੋਂ ਸਾਰੀਆਂ ਮਿਲਾ ਲਓ, ਜਿਸ ਨੇ 2 ਕਰੋੜ 82 ਲੱਖ ਰੁਪਇਆ ਵੰਡਿਆ। ਇਸ ਦਾ ਓਨਲੀ ਐਸੋਸੀਏਸ਼ਨ, ਤੇ ਉਹ ਮੈਂਬਰ ਤਾਂ ਬਣਨਾ ਚਾਹੁੰਦੇ ਨਾ ਬੈਨੀਫਿਟ ਲੈਣ ਨੂੰ। ਸਰ ਛੋਟੀ ਅਮਾਉਂਟ ਨਹੀਂ ਹੁੰਦੀ। ਵੀ ਹੈਵ ਗਿਵਨ ਦਿਸ ਅਮਾਉਂਟ ਟੂ 970 ਪ੍ਰਿੰਟਰ ਨੂੰ ਫਾਇਦਾ ਹੋਇਆ। ਜੀ ਐਸ ਪਰ ਕਨਸਟੀਟਿਊਸ਼ਨ ਜੋ ਸਾਡਾ ਫਿਰ ਉਹਦੇ ਤੇ ਡਿਸਪਲਿਨਰੀ ਐਕਸ਼ਨ ਬਣਦਾ ਵੀ ਮਸਟ ਟੇਕ। ਐਨੀਬਡੀ ਹੋਰ ਕਿਸੇ ਬੰਦੇ ਦੀ ਕੋਈ ਰਾਏ ਇਹਦੇ ਬਾਰੇ? ਐਨੀਬਡੀ ਐਲਸ? ਲੈਣਾ ਚਾਹੀਦਾ। ਠੀਕ ਹੈ ਸਰ, ਅਸੀਂ ਉਸ ਦਾ ਇਹੀ ਕਰਦੇ ਕਿ ਜੋ ਸਾਡਾ ਹੈ, ਕਿਉਂਕਿ ਰੂਲ ਤਾਂ ਸਾਡੇ ਰੂਲ ਨਾਲ ਤਾਂ ਨਹੀਂ ਚੱਲਣਾ ਹੀ ਪਏਗਾ। ਔਰ ਇਸ ਤਰ੍ਹਾਂ ਦਾ ਅਗਰ ਕੋਈ ਬੰਦਾ ਵਿੱਚ ਅੱਧਾ ਇਨਡਿਸਿਪਲਿਨ ਕਰਨ ਵਾਲਾ ਤਾਂ ਹੋਣਾ ਨਹੀਂ ਚਾਹੀਦਾ। ਕੋਈ ਵੀ ਬੰਦਾ ਇਨਡਿਸਿਪਲਿਨ ਕਰਨ ਵਾਲਾ ਰਹਿਣਾ ਨਹੀਂ ਚਾਹੀਦਾ ਵਿੱਚ। ਬਿਲਕੁਲ। ਕੱਲ ਨੂੰ ਮੈਂ ਵੀ ਅਗਰ ਡਿਸਪਲਿਨ ਤੋਂ ਬਾਹਰ ਜਾਣਾ ਤਾਂ ਐਸੋਸੀਏਸ਼ਨ ਤੋਂ ਉੱਤੇ ਤਾਂ ਮੇਰੇ ਕੋਲ ਕੋਈ ਚੀਜ਼ ਨਹੀਂ ਹੈਗੀ। ਮਤਲਬ ਸਮਝੋ
गेट आउट कह सकती है, बस कोई ऐसी गल नहीं। बिकॉज ਐਸ ਪਰ ਰੂਲ ਸ਼ੋ ਕਾਜ਼ ਨੋਟਿਸ ਦਿਆਂਗੇ ਨਾ, ਅਗਰ ਉਹਦੇ ਚੋਂ ਤਾਂ ਪਹਿਲੇ ਉਹਨੂੰ ਬੋਲਣ ਦਾ ਹੱਕ ਤਾਂ ਮਿਲੇਗਾ ਨਾ। ਜੋ ਸਾਡਾ ਸਿਸਟਮ ਹੈ, ਅਸੀਂ ਸ਼ੋ ਕਾਜ਼ ਨੋਟਿਸ ਦਿਆਂਗੇ, ਉਸ ਦਾ ਜੋ ਜਵਾਬ ਆਏਗਾ ਅਗੇਨ ਵੀ ਡਿਸਕਸ, ਅਗਰ ਨਹੀਂ ਜਵਾਬ ਆਏਗਾ ਤਾਂ ਵੀ ਗੱਲ ਖਤਮ ਹੋ ਜਾਏਗੀ। ठीक है, बिल्कुल। ਸੋ ਇਸ ਤੋਂ ਬਾਅਦ ਮੇਰੇ ਕੋ ਐਨੀ ਅਦਰ ਆਈਟਮ ਵਿਦ ਦਾ ਪਰਮਿਸ਼ਨ ਦਾ ਚੈੱਕ, ਅਗਰ ਕੋਈ ਬੰਦਾ ਕੋਈ ਗੱਲ ਕਰਨੀ ਚਾਹੇ, ਸਾਡਾ ਏਜੰਡਾ ਤਾਂ ਵੈਸੇ ਖਤਮ ਹੋ ਗਿਆ। ਹੋਰ ਕੋਈ ਟੌਪਿਕ ਤੇ ਕੋਈ ਗੱਲ ਕਰਨਾ ਚਾਹੇ? ਮੇਰੀ ਚੋਪੜਾ ਰਿਕੁਐਸਟ ਹੈ, ਚੋਪੜਾ ਜੀ ਮੇਰੀ ਰਿਕੁਐਸਟ ਸੀ, ਕਿਸੇ ਟਾਈਮ ਦੇ ਅਭਾਵ ਨਾਲ ਬੰਦਾ ਰੈਗੂਲਰ ਜਿਹੜੀ ਹੈ ਜੀਸੀ ਮੀਟਿੰਗ ਨਹੀਂ ਅਟੈਂਡ ਕਰ ਪਾਉਂਦਾ, ਤੇ ਇਹ ਜਦੋਂ ਇਲੈਕਸ਼ਨ ਦਾ ਟਾਈਮ ਹੋਵੇ ਉਹ ਪ੍ਰੀ ਇਨਫੋਰਮੇਸ਼ਨ ਦੇ ਦੇਣਾ ਤਾਂ ਜੋ ਅਸੀਂ ਵੋਟ ਕਾਸਟ ਕਰ ਸਕੀਏ। ਕਈ ਵਾਰੀ ਇਹ ਨਾ ਹੋਵੇ ਕਿਤੇ ਵੀ ਟਾਈਮ ਦਾ ਪਤਾ ਨਾ ਲੱਗੇ ਕਿਸ ਵੇਲੇ ਵੋਟਿੰਗ ਟਾਈਮ ਹੈ ਤੇ ਵੋਟ ਰਹਿ ਜਾਵੇ। ਸਰ ਉਹ ਤਾਂ ਆਏਗਾ ਜੀ, ਉਹ ਤਾਂ ਟਾਈਮ ਆਏਗਾ। ਐਕਚੁਅਲੀ ਉਹ ਅਜੇ ਤੱਕ ਕੋਈ ਡਿਟੇਲ ਨਹੀਂ ਆਈ, ਜਦੋਂ ਵੀ ਡਿਟੇਲ ਆਏਗੀ ਸਾਰੇ ਮੈਂਬਰਾਂ ਨੂੰ ਡਾਇਰੈਕਟ ਆਏਗੀ। ਉੱਥੇ ਮੀਟਿੰਗ ਅਟੈਂਡ ਕਰਕੇ ਹੀ ਪਤਾ ਲੱਗੇਗਾ। ਪਹਿਲੇ ਤਾਂ ਟ੍ਰਾਇਲ ਮੀਟਿੰਗ ਹੋਏਗੀ, ਟ੍ਰਾਇਲ ਮੀਟਿੰਗ ਅਟੈਂਡ ਕਰਨੀ ਪਏਗੀ, ਜਿਸ ਤਰ੍ਹਾਂ ਕਿਸ ਤਰ੍ਹਾਂ ਸੈੱਟ ਕਰਨਾ ਹੈ ਮੈਨੂੰ ਵੀ ਨਹੀਂ ਪਤਾ ਜੀ, ਕਿਸੇ ਨੂੰ ਨਹੀਂ ਪਤਾ ਵੀ। ਉਸ ਤੋਂ ਬਾਅਦ ਫਿਰ ਮੀਟਿੰਗ ਦਾ ਉਦੋਂ ਹੀ ਟਾਈਮ ਦੇਣਗੇ ਕਿ ਇਲੈਕਸ਼ਨ ਕਰੋ। ਡੈਫੀਨਿਟਲੀ ਦੇ ਆਰ ਗਿਵਿੰਗ ਟਾਈਮ, ਘੱਟੋ ਘੱਟ 1 ਦਿਨ ਦਾ ਟਾਈਮ ਹੋਏਗਾ, ਦਿਨ ਚ ਜਿਸ ਵੇਲੇ ਮਰਜ਼ੀ ਪਾ ਸਕੇ, ਘੱਟੋ ਘੱਟ 1 ਦਿਨ ਦਾ ਟਾਈਮ ਰੱਖ ਰਹੇ ਹੋ। ਐਨੀਥਿੰਗ ਐਲਸ? ਹੋਰ ਕੋਈ ਬੰਦਾ ਕੋਈ ਗੱਲ ਕਰਨੀ ਚਾਹੇਗਾ? ਠੀਕ ਹੈ। ਐਨੀਬਡੀ ਐਲਸ? ਸਾਨੂੰ ਅਸੀਂ ਆਲ ਦਾ ਬੈਸਟ ਕਹਿੰਦੇ ਹਾਂ। ਥੈਂਕ ਯੂ ਸਰ, ਥੈਂਕ ਯੂ। ਸੋ ਫਾਈਨਲ ਵਰਡ ਫਰਮ ਪ੍ਰਧਾਨ ਜੀ। ਪ੍ਰਧਾਨ ਜੀ ਬੋਲੋ। ਮੈਂ ਤਾਂ ਇਹੀ ਕਹੂੰਗਾ ਕਿ ਆਪਣਾ ਐਸੋਸੀਏਸ਼ਨ ਦੀ ਮੀਟਿੰਗਸ ਦਾ ਹਮੇਸ਼ਾ ਫਾਇਦਾ ਹੀ ਆ। ਆਪਾਂ ਕੁਛ ਨਾ ਕੁਛ, ਮੈਂ ਵੀ, ਤੁਸੀਂ ਵੀ, ਐਵਰੀਬਾਡੀ ਇਜ਼ ਬੈਨੀਫਿਟਡ ਜਦੋਂ ਆਪਾਂ ਇੱਕ ਦੂਜੇ ਨਾਲ ਆਪਸ ਵਿੱਚ, ਜਿੱਦਾਂ ਅੱਜ ਆਪਾਂ TCS ਦੀ ਗੱਲ ਕੀਤੀ, ਮੇ ਵੀ ਬਹੁਤ ਸਾਰੇ ਮੈਂਬਰਸ ਨੇ ਇਹਦੇ ਬਾਰੇ ਪਤਾ ਨਹੀਂ ਹੋਊਗਾ, ਨਾਓ ਦੇ ਆਰ ਅਵੇਅਰ ਆਫ ਇਟ। ਮੇ ਵੀ ਉਹਨਾਂ ਦੇ ਉਦੋਂ ਲਾਗੂ ਹੋਊਗਾ ਨਹੀਂ ਹੋਊਗਾ ਬਾਅਦ ਦੀ ਗੱਲ ਹੈ, ਪਰ ਗਵਰਨਮੈਂਟ ਦਾ ਕਾਨੂੰਨ ਤਾਂ ਲਾਅ ਆਫ ਦਾ ਲੈਂਡ ਤਾਂ ਸਾਡੇ ਲਈ ਪ੍ਰਾਈਮ ਆ, ਸਾਨੂੰ ਮੰਨਣਾ ਹੀ ਪਊਗਾ। ਅਸੀਂ ਉਹਦੇ ਅਗੇਂਸਟ ਐਜੀਟੇਸ਼ਨ ਕਰ ਸਕਦੇ ਹਾਂ, ਆਪਣੀ ਵਿਚਾਰ ਰੱਖ ਸਕਦੇ ਹਾਂ, ਪਰ ਉਹਨੂੰ ਅਸੀਂ ਮੰਨਣ ਤੋਂ ਮਨਾ ਨਹੀਂ ਕਰ ਸਕਦੇ। ਨੰਬਰ 1 ਆਪਾਂ ਤਾਂ ਪਹਿਲਾਂ ਹੀ ਕਹਿੰਦੇ ਕਿ ਐਸੋਸੀਏਸ਼ਨ ਦਾ ਮਕਸਦ ਇਹੀ ਹੈ ਕਿ ਜਿੰਨੀਆਂ ਗਵਰਨਮੈਂਟ, ਹੁਣ ਜਿੱਦਾਂ ਤੁਸੀਂ ਕਿਹਾ ਵੀ ਡੇਅਰੀ ਔਰ ਸਿਲੰਡਰ ਦਾ ਗਵਰਨਮੈਂਟ ਨੇ ਬੰਦ ਕਰਤਾ ਸੀ, ਪੰਜਾਬ ਗਵਰਨਮੈਂਟ ਦੁਬਾਰਾ ਸ਼ੁਰੂ ਕਰ ਰਹੀ ਹੈ, ਕੱਲ੍ਹ ਨੂੰ ਹੋ ਸਕਦਾ ਸੈਂਟਰ ਕੋ, ਸਾਡੇ ਪ੍ਰਿੰਟਿੰਗ ਇੰਡਸਟਰੀ ਨੂੰ ਉਹਦਾ ਫਾਇਦਾ। ਸੋ ਇਸ ਕਰਕੇ ਐਸੋਸੀਏਸ਼ਨ ਦਾ ਤਾਂ ਮੇਨ ਆਪਣਾ ਏਜੰਡਾ ਹੀ ਇਹੀ ਹੈ ਕਿ ਸਾਡੇ ਜਿਹੜੇ ਵੀ ਮੈਂਬਰਸ ਨੇ, ਜਿਹੜੇ ਵੀ ਪ੍ਰਿੰਟਰਸ ਨੇ, ਨਾਟ ਮੈਂਬਰ, ਈਵਨ ਪ੍ਰਿੰਟਰ ਜਿਹੜੇ ਸਾਡੇ ਮੈਂਬਰ ਨਹੀਂ ਵੀ ਹੈਗੇ, ਅਸੀਂ ਆਪਣੀ ਇੰਡਸਟਰੀ ਵਾਸਤੇ, ਆਪਣੀ ਫਟਰਨਿਟੀ ਵਾਸਤੇ, ਆਪਣੀ ਇਸ ਜਿਸ ਯੁੱਗ 'ਚ ਅਸੀਂ ਹੈਗੇ ਹਾਂ, ਇਹ 'ਚ ਖਾਲੀ ਪ੍ਰਿੰਟਿੰਗ ਸਾਡੇ ਲਈ 80% ਜਾਂ ਪੈਕੇਜਿੰਗ ਸਾਡੇ ਲਈ 80%, 20% ਸਾਨੂੰ ਇੱਕ ਨੋਰਮਲ ਸਰਕਮਸਟੈਂਸਿਸ ਬਾਰੇ ਵੀ ਜਦੋਂ ਆਪਾਂ ਮੀਟਿੰਗ ਕਰਦੇ ਹਾਂ ਸਾਨੂੰ ਪਤਾ ਲੱਗਦਾ, ਸਾਨੂੰ ਅਵੇਅਰਨੈਸ ਆਉਂਦੀ ਹੈ। ਉਹ 'ਚ ਸਿਕਿਉਰਿਟੀ ਵੀ ਹੋ ਸਕਦੀ ਹੈ, ਉਹਦੇ 'ਚ ਕੋਈ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨੇ ਕੋਈ ਮਦਦ ਹੋ ਸਕਦੀ, ਕੁਛ ਵੀ ਵਿਚ ਇਜ਼ ਬੈਨੀਫਿਟਡ ਟੂ ਯੂਰ ਫੈਮਿਲੀ ਐਜ਼ ਵੈਲ ਐਜ਼ ਟੂ ਯੂਰ ਇੰਡਸਟਰੀ। ਲੇਕਿਨ ਕੋਈ ਮੈਂਬਰ ਸ਼ਾਇਦ ਇਹਨੂੰ ਇੰਪੋਰਟੈਂਸ ਨਹੀਂ ਦਿੰਦੇ, ਤਾਂ ਇਹ ਹੈ ਤਾਂ ਹੈ, ਮਤਲਬ ਅਸੀਂ ਤਾਂ ਕਹਿ ਹੀ ਸਕਦੇ ਹਾਂ। ਹੁਣ ਬੰਦੇ ਨੂੰ ਜ਼ਬਰਦਸਤੀ ਨਹੀਂ ਲਿਆ ਸਕਦੇ, ਉਹਦੇ ਅੱਗੇ ਪਾਣੀ ਰੱਖ ਸਕਦੇ, ਹੁਣ ਉਹਨੂੰ ਨਹੀਂ ਪੀਣਾ ਤਾਂ ਆਪਾਂ ਕੁਛ ਨਹੀਂ ਕਰ ਸਕਦੇ, ਲੇਕਿਨ ਇਹ ਕਰਨਾ ਚਾਹੀਦਾ। ਬਿਕੋਜ਼ ਸਾਡੇ ਇਕੱਠ ਨਾਲ ਹੀ ਇਹ ਸਾਰੀ ਆਵਾਜ਼ ਸਾਡੀ ਜਿਹੜੀ ਹੈਗੀ ਆ ਉੱਪਰ ਤੱਕ ਅਸੀਂ ਪਹੁੰਚਾ ਸਕਦੇ ਹਾਂ, ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ। ਮੈਂ ਤਾਂ ਖੁਦ ਕਹਿੰਦਾ ਆਪਾਂ ਕਲਸਟਰ ਵਰਗਾ ਪ੍ਰੋਜੈਕਟ ਨੂੰ ਆਪਾਂ ਮਤਲਬ ਛੱਡਤਾ ਜਾਂ ਆਪਾਂ ਨੂੰ ਨਹੀਂ ਮਿਲਿਆ, ਉਹ ਇੰਡਸਟਰੀ ਵਾਸਤੇ ਇੱਕ ਬਹੁਤ ਵੱਡਾ ਐਡਵਾਂਟੇਜ ਸੀ। ਜੋ ਫਿਊਚਰ ਆ ਰਿਹਾ ਨਾ, ਆਪਾਂ ਸਾਰੇ ਬੰਦੇ ਇਹਦੇ ਲਈ ਅਵੇਅਰ ਹੈਗੇ ਆ। ਇਹ 6 ਮਹੀਨੇ ਜਿੰਨੇ ਆਪਣੇ ਕੋਲ, ਜਿੰਨਾ ਉਹ ਕਹਿੰਦੇ ਆ ਨਾ ਆਪਣੇ ਅੰਦਰ ਬਲੱਡ ਸੀ, ਜਾਨ ਸੀ, ਉਹ 6 ਮਹੀਨੇ ਨਾਲ ਆਪਣਾ ਕੰਮ ਚਲਾਤਾ। ਅਦਰਵਾਈਜ਼ ਜਿੱਦਾਂ ਦੀ ਫਿਊਚਰ ਇਕੋਨਮੀ ਦੇ ਹਾਲਾਤ ਆ ਰਹੇ ਆ, ਆਪਾਂ ਨੂੰ ਨਾ ਸਿਰਫ ਉੱਪਰ ਕ੍ਰੀਮੀ ਲੇਅਰ ਦਿਖ ਰਹੀ ਹੈ। ਅਦਰਵਾਈਜ਼ ਇੰਟਰਨਲ ਪੋਜੀਸ਼ਨ ਇਜ਼ ਵੈਰੀ ਵੈਰੀ, ਜਿਹਨੂੰ ਕਹਿੰਦੇ ਆ, ਬੁਰੀ ਵੀ ਆ ਔਰ ਖਤਰਨਾਕ ਵੀ। ਤੁਸੀਂ ਦੇਖੋਗੇ ਸਿਕਿਉਰਿਟੀ ਇਸ਼ੂ ਸਾਡੇ ਵਾਸਤੇ ਇੱਕ ਬਹੁਤ ਵੱਡਾ ਇਸ਼ੂ ਬਣਨ ਜਾ ਰਿਹਾ। ਬੰਦਿਆਂ ਨੇ ਆਪਾਂ ਨੂੰ ਇੰਨਾ ਕੁ ਮਤਲਬ ਇੱਥੇ ਲੁੱਟਮਾਰ ਹੋ ਜਾਏਗੀ ਹੋਰ ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ ਕਿ ਆਪਾਂ ਸ਼ਾਇਦ ਆਪਣੇ ਲਈ ਰਹਿਣਾ ਔਖਾ, ਕਿਉਂਕਿ ਕਿਸੇ ਕੋਲ ਜੌਬ ਨਹੀਂ, ਕਿਸੇ ਕੋਲ ਪੈਸਾ ਨਹੀਂ, ਹਰ ਬੰਦਾ ਤੰਗ ਹੋਇਆ ਪਿਆ। ਈਦਰ ਹੀ ਇਜ਼ ਕਮਿਟਿੰਗ ਸੁਸਾਈਡ ਔਰ ਹੀ ਇਜ਼ ਡੂਇੰਗ, ਔਰ ਉਹ ਕ੍ਰਾਈਮ ਕਰ ਰਿਹਾ, ਉਹਦੇ ਕੋਲ ਕੁਛ ਨਹੀਂ ਹੈ। ਅੱਜ ਕਿਤੇ ਵੀ ਕ੍ਰਾਈਮ ਹੁੰਦਾ ਉਹਦਾ ਇਫੈਕਟ ਸਾਨੂੰ ਵੀ ਤਾਂ ਆਉਂਦਾ ਹੀ ਹੈ। ਉਹ ਮੈਂ ਕਹਿੰਦਾ ਕਿ ਇਹ ਚੀਜ਼ਾਂ ਨੂੰ ਸੋਚ ਕੇ ਕੁਛ ਨਾ ਕੁਛ ਸਾਰੇ ਬੰਦੇ ਜਦੋਂ ਕੋਈ ਰਾਏ ਦਿੰਦੇ ਆ ਜਾਂ ਆਪਾਂ ਕੁਛ ਵਿਚਾਰ ਕਰਦੇ ਹਾਂ, ਉਹ ਜਿੱਦਾਂ ਤਾਂ ਰਹਿਣਾ ਹੀ, ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਅਸੀਂ ਬੇਈਮਾਨ ਨਹੀਂ ਬਣ ਸਕਦੇ, ਅਸੀਂ ਕੋਈ ਨਹੀਂ ਬਣ ਸਕਦੇ, ਅਸੀਂ ਬਿਜ਼ਨਸਮੈਨ ਹੀ ਰਹਿਣਾ। ਸਾਡੀ ਐਸੋਸੀਏਸ਼ਨ ਦਾ ਵੀ ਇੱਕ ਮਕਸਦ ਹੈ ਕਿ ਅਸੀਂ ਆਪਣੀ ਇੰਡਸਟਰੀ ਨੂੰ ਕਿੱਦਾਂ ਪ੍ਰੋਟੈਕਟ ਕਰੀਏ ਔਰ ਸਾਨੂੰ ਕੀ ਇਹ 'ਚ ਪੋਟੈਂਸ਼ੀਅਲ ਕੀ ਦਿਖਦਾ। ਅਸੀਂ ਐਵੇਂ ਆਪਣਾ ਕਹੀਏ ਸਾਡੇ ਕੋਲ ਬਹੁਤ ਅੱਜ ਆਰਡਰ ਹੈਗੇ, ਲੇਕਿਨ ਕੱਲ੍ਹ ਕੀ ਆਉਣ ਵਾਲਾ ਹੈ। ਤਾਂ ਜਿੱਦਾਂ 7 ਮਹੀਨੇ ਤਕਰੀਬਨ ਬੀਤ ਗਏ ਲੋਕਡਾਊਨ ਨੂੰ, ਕੰਪਲੀਟ ਲੋਕਡਾਊਨ, ਔਰ 7 ਮਹੀਨੇ ਦੇ ਵਿੱਚ ਸ਼ਾਇਦ ਹਾਲੇ ਸਾਨੂੰ ਇਹਦਾ 50% ਅਹਿਸਾਸ ਹੋਇਆ। ਜਿਹੜਾ 50% ਬੈਲੈਂਸ, ਇਹ 50% ਸਾਡੇ ਅੰਦਰ ਬਫਰ ਸੀ ਜਿਹੜਾ ਸਾਨੂੰ ਬਚਾ ਗਿਆ।
ਨਾਓ ਐਵਰੀਬਾਡੀ ਇਜ਼ ਜਿਹਨੂੰ ਕਹਿੰਦੇ ਆ ਉਹ ਖਤਮ ਹੋ ਚੁੱਕਿਆ ਹੁਣ, ਪਿੱਛੋਂ ਰਿਪਲੈਨਿਸ਼ਮੈਂਟ ਨਹੀਂ ਹੋ ਰਹੀ, ਜਿੰਨਾ ਸਟਾਕ ਸੀ ਸਭ ਖਤਮ ਹੋ ਚੁੱਕਿਆ ਬੰਦੇ ਦੇ ਅੰਦਰੋਂ। ਆਈ ਐਮ ਟਾਕਿੰਗ ਅਬਾਊਟ ਫਾਈਨੈਂਸ਼ੀਅਲ ਐਂਡ ਅਦਰ ਥਿੰਗਸ। ਜਿਹੜਾ ਫਿਊਚਰ ਚ ਆਉਣਾ ਨਾ, ਜਿਹੜੇ ਸਾਡੇ ਤੇ ਬੋਝ ਚੜ ਗਏ, ਜਿੱਦਾਂ 3-3 ਮਹੀਨੇ ਅਸੀਂ ਬੈਂਕਾਂ ਨੂੰ ਪਿੱਛੇ ਸਾਡੇ ਕੋਲ ਮੋਰੀਟੋਰੀਅਮ ਮਿਲ ਗਿਆ ਜਾਂ 2 ਮਹੀਨੇ ਦਾ ਹੋਰ ਮਿਲ ਗਿਆ ਜਾਂ ਸਾਨੂੰ ਗਵਰਨਮੈਂਟ ਤੋਂ ਟੈਕਸ ਤੋਂ ਛੂਟ ਮਿਲ ਗਈ, ਜਦੋਂ ਇੱਕਦਮ ਬੋਝ ਪੈਣਾ ਇੱਧਰੋਂ ਸਾਡੇ ਕੋਲ ਪਿੱਛੇ ਫੰਡਿੰਗ ਹੈ ਨਹੀਂ, ਉਧਰੋਂ ਉਹਦਾ ਬੋਝ ਪੈ ਜਾਣਾ, ਦੇ ਵਿਲ ਬੀ ਨੋਵੇਅਰ। ਸੋ ਇਹ ਚੀਜ਼ਾਂ ਅੱਗੇ ਦਿਖ ਰਹੀਆਂ ਨੇ, ਕਿਉਂਕਿ ਗਵਰਨਮੈਂਟ ਦਾ ਵੀ ਇਸ ਟਾਈਮ ਇਸ ਪਾਸੇ ਕੋਈ ਧਿਆਨ ਨਹੀਂ। ਤੁਸੀਂ ਪ੍ਰਾਈਮ ਮਿਨਿਸਟਰ, ਫਾਈਨਾਂਸ ਮਿਨਿਸਟਰ, ਕੋਈ ਇਦਾਂ ਦੀ ਸਕੀਮ ਹੈ ਜੀ ਸਾਨੂੰ ਬੂਸਟ ਮਿਲੇ ਕਿ ਸਾਨੂੰ ਇਹ ਲੱਗੇ ਕਿ ਵਾਕਈ ਇੰਡਸਟਰੀ ਨੂੰ ਕੋਈ ਫਾਇਦਾ ਹੋ ਰਿਹਾ? ਨਥਿੰਗ। ਉਹ ਕੁਝ ਤੁਸੀਂ ਦੇਖੋ ਜਿਹੜੀ ਐਜੂਕੇਸ਼ਨ ਸਾਡੇ ਪੰਜਾਬ 'ਚ ਚੱਲ ਰਹੀ ਹੈ ਫਾਰਮਰਸ ਦੀ, ਸਾਡੀ ਐਕਸਪੋਰਟ ਬੁਰੀ ਤਰ੍ਹਾਂ ਨਾਲ ਹਿੱਟ ਆ, ਔਰ ਹਜ਼ਾਰਾਂ ਦੇ ਹਿਸਾਬ ਨਾਲ ਕੰਟੇਨਰ ਰੁਕੇ ਪਏ ਆ। ਉਹਨਾਂ ਦਾ ਇੰਪੈਕਟ ਅਲਟੀਮੇਟਲੀ ਜਿੱਦਾਂ ਅਸੀਂ ਉਸ ਇੰਡਸਟਰੀ ਨਾਲ ਰਿਲੇਟਡ ਆ ਸਾਡੇ ਤੇ ਵੀ ਆਊਗਾ। ਸਾਡੇ ਆਰਡਰ ਵੀ ਘਟਣਗੇ, ਸਾਡਾ ਪੇਮੈਂਟ ਸਾਈਕਲ ਵੀ ਟਾਈਟ ਹੋਊਗਾ, ਕਿਉਂਕਿ ਉਹ ਵੀ ਬੰਦੇ ਮਜਬੂਰ ਆ, ਮਾਲ ਸਾਰਿਆਂ ਦੇ ਅੰਦਰ ਲੱਗੇ ਪਏ। ਇੱਕ ਆਪਣੀ ਕਾਮਨ ਪ੍ਰੋਬਲਮ ਆ, ਸਾਰਿਆਂ ਨੂੰ ਪਤਾ ਹੀ ਹੋਏਗੀ। ਪੰਜਾਬ ਐਂਡ ਇਨ ਨਾਰਥ ਮੇ ਵੀ ਜੰਮੂ, ਪੰਜਾਬ, ਹਿਮਾਚਲ ਦੇ ਲਈ ਅਫੈਕਟਡ ਆ, ਮੇ ਵੀ ਦਿੱਲੀ ਤੋਂ ਅੱਗੇ ਹਲੇ ਇਹਦਾ ਅਸਰ ਇਹਨਾਂ ਨਹੀਂ ਹੈ। ਸੋ ਇਹ ਚੀਜ਼ਾਂ ਜਿਹੜੀਆਂ ਸਾਨੂੰ ਆਲ ਆਫ ਅ ਸਡਨ ਆ ਕੇ ਹਿੱਟ ਕਰ ਦਿੰਦੀਆਂ। ਕੋਈ ਬੰਦਾ ਜੇ ਟ੍ਰੇਨ ਤੇ ਨਹੀਂ ਆ ਸਕਦਾ, ਕਿਸੇ ਨੇ ਆਉਣਾ ਹੋਵੇ ਟ੍ਰੇਨ ਤੇ ਨਹੀਂ ਆ ਸਕਦਾ ਕਿਉਂਕਿ ਟ੍ਰੇਨ ਨਹੀਂ ਚੱਲ ਰਹੀ। ਸੋ ਇਹ ਚੀਜ਼ਾਂ ਸਾਡੀ ਅਲਟੀਮੇਟਲੀ ਸਾਡੀ ਇੰਡਸਟਰੀ ਨੂੰ ਹਿੱਟ ਕਰ ਰਹੀਆਂ। ਸੋ ਇਹਨਾਂ ਦਾ ਆਪਾਂ ਨੂੰ ਰੋਜ਼ ਹੀ ਕੁਛ ਨਾ ਕੁਛ ਆਪਣੇ ਮਨ 'ਚ ਹੀ ਸੋਲੂਸ਼ਨ ਕੱਢਣਾ ਚਾਹੀਦਾ। ਅਗਰ ਆਪਾਂ ਨੂੰ ਕੋਈ ਲੱਗਦਾ ਕਿ ਆਪਾਂ ਐਸੋਸੀਏਸ਼ਨ ਲੈਵਲ ਦੇ ਉੱਤੇ ਸਰਕਾਰ ਅੱਗੇ ਕੋਈ ਚੀਜ਼ ਰੱਖ ਸਕਦੇ ਹਾਂ ਤਾਂ ਵੀ ਸ਼ੁੱਡ ਪੁੱਟ ਐਸੋ ਆਪਣੀ ਮੀਟਿੰਗ ਦਾ ਇਹੀ ਕਰਵਾਉਣਾ। ਮੈਂ ਇਹੀ ਕਹੂੰਗਾ ਐਵਰੀ ਟਾਈਮ, ਮੈਂ ਡਰਾਉਣ ਵਾਲੀ ਗੱਲ ਨਹੀਂ ਕਰਦਾ, ਆਈ ਐਮ ਵੈਰੀ ਪੋਜ਼ਿਟਿਵ ਪਰਸਨ, ਲੇਕਿਨ ਰਿਐਲਿਟੀ ਨੂੰ ਵੀ ਜਾਣਨਾ ਜ਼ਰੂਰੀ ਆ। ਆਪਣੇ ਆਪ ਨਾਲ ਝੂਠ ਬੋਲਣਾ ਕੋਈ ਅਕਲਮੰਦੀ ਨਹੀਂ ਹੈ, ਕਿਉਂਕਿ ਸਾਨੂੰ ਆਪਣੇ ਸਾਰਿਆਂ ਨੂੰ ਇੰਟਰਨਲ ਪੋਜੀਸ਼ਨ ਪਤਾ। ਇਸ ਕਰਕੇ ਠੀਕ ਆ, ਪੋਜ਼ਿਟਿਵ ਰਹਿਣਾ ਜ਼ਰੂਰੀ ਹੈ, ਕਿਉਂਕਿ ਉਹ ਕਹਿੰਦੇ ਆ जिंदा रहना ही जिंदा दिली का नाम है। सो वो हर बिजनेसमैन च और हर बंदे च पॉजिटिविटी होनी ही चाहिए, अदरवाइज वो नैगेटिव होगा तो शायद एक दिन भी नहीं जी पाऊगी। लेकिन रियलिटी ਨੂੰ ਵੀ ਅੰਡਰਸਟੈਂਡ ਕਰੀ। ਅੱਜ ਸਾਡੇ ਸਾਹਮਣੇ ਜੋ ਕੰਡੀਸ਼ਨਸ ਹੈਗੀਆਂ ਇਕਨੋਮੀ ਦੀਆਂ, ਆਪਾਂ ਪੇਪਰ 'ਚ ਪੜ੍ਹਦੇ ਹਾਂ ਤੇ ਆਪਾਂ ਰੋਜ਼-ਰੋਜ਼ ਦੇਖਦੇ ਹਾਂ, ਇਟ ਇਜ਼ ਗੋਇੰਗ ਟੂ ਬੀ ਵਰਸਟ। ਇਹ ਵਰਸਟ ਹੋਣਗੀਆਂ ਹਾਲੇ ਕੰਡੀਸ਼ਨ ਹੋਰ 2-3 ਮਹੀਨੇ, ਰੱਬ ਨਾ ਕਰੇ ਸੈਕਿੰਡ ਦੌਰ ਅਗਰ ਕਰੋਨਾ ਦਾ ਸ਼ੁਰੂ ਹੋ ਗਿਆ, ਜਿਹਦੀ ਕਿ ਲਾਈਕਲੀਹੁੱਡ ਹੈਗੀ ਆ, ਜਿੱਦਾਂ ਯੂਰਪ 'ਚ ਹੋ ਰਿਹਾ, ਇੰਡੀਆ ਦੇ ਵਿੱਚ ਵੀ ਕੇਸਿਸ ਆਉਣੇ ਸ਼ੁਰੂ ਹੋ ਗਏ। ਯਾਰ ਡਾਕਟਰ ਵੀ ਇਹ ਕਹਿੰਦੇ ਆ ਵੀ ਜਿਵੇਂ ਜਿਵੇਂ ਸਰਦੀ ਵਧੂਗੀ ਉਵੇਂ ਪੋਲੂਸ਼ਨ ਵੀ ਵਧੂਗਾ, ਜਿਵੇਂ ਜਿਵੇਂ ਪੋਲੂਸ਼ਨ ਵਧੂਗਾ, ਕਿਉਂਕਿ ਕਰੋਨਾ ਦਾ ਮੇਨ ਇਫੈਕਟ ਹੀ ਸਾਡਾ ਕਿਹਦੇ ਤੇ ਆਉਂਦਾ? ਲੰਗਸ ਤੇ। ਔਰ ਲੰਗਸ ਨੂੰ ਕਿਹੜੀ ਚੀਜ਼ ਜ਼ਿਆਦਾ ਇਫੈਕਟ ਕਰਦੀ ਹੈ? ਪੋਲੂਸ਼ਨ। ਔਰ ਸਰਦੀ ਵਧੂਗੀ ਉਹਨਾਂ ਖਾਂਸੀ ਜ਼ੁਕਾਮ ਵੈਸੇ ਹੀ ਵੱਧਦਾ। ਸੋ ਵੀ ਹੈਵ ਟੂ ਬੀ ਵੈਰੀ ਵੈਰੀ ਕੇਅਰਫੁਲ। ਸੋਸ਼ਲ ਡਿਸਟੈਂਸਿੰਗ, ਮਾਸਕ। ਹਲੇ ਆਪਣੇ ਲਈ 3 ਮਹੀਨੇ ਬਹੁਤ ਕ੍ਰੂਸ਼ਲ ਨਾ, ਟਿਲ 31 ਜਨਵਰੀ, ਕਿਉਂਕਿ ਆਪਾਂ ਨਾਰਥ 'ਚ ਇੱਥੇ ਠੰਡ ਤੁਸੀਂ ਦੇਖੋ ਉਦੋਂ ਤੱਕ ਸਾਡਾ ਟੈਂਪਰੇਚਰ 5-4 ਡਿਗਰੀ ਦੀ ਆ ਜਾਂਦਾ, ਨਾਈਟ ਟੈਂਪਰੇਚਰ ਜਾਂ ਅਰਲੀ ਮਾਰਨਿੰਗ ਟੈਂਪਰੇਚਰ। ਆਪਾਂ ਨੂੰ ਕੇਅਰਫੁਲ ਰਹਿਣਾ ਵੀ ਜ਼ਰੂਰੀ ਆ ਬੀਇੰਗ, ਅਗਰ ਆਪਾਂ ਹੈਲਦੀ ਰਹਿਣਾ। ਲੇਕਿਨ ਬਿਜ਼ਨਸ 'ਚ ਉਹਦਾ ਕਿੰਨਾ ਇੰਪੈਕਟ ਆਏਗਾ ਆਪਾਂ ਮਤਲਬ ਦਿਸ ਇਜ਼ ਵਾਟ ਮੈਂ ਮਤਲਬ ਜਿਹੜੇ ਲੋਕਾਂ ਨਾਲ ਕੰਮ ਕਰਨਾ ਅਸੀਂ ਵੀ ਦੇਖਦੇ ਹਾਂ ਪ੍ਰੋਜੈਕਸ਼ਨਸ ਨੂੰ ਜਾਂ ਬਾਕੀ ਚੀਜ਼ਾਂ ਨੂੰ, ਮੈਂ ਉਹ ਇੱਕ ਦੱਸ ਰਿਹਾ, ਅਗਰ ਇੱਕ ਬੰਦਾ ਇਫੈਕਟਡ ਆ ਤਾਂ ਦੂਜਾ ਵੀ ਹੋਊਗਾ, ਦੂਜਾ ਤਾਂ ਤੀਜਾ ਵੀ ਹੋਊਗਾ। ਅੱਜ ਅਸੀਂ ਆਪਣੇ ਕੱਪੜੇ ਨਹੀਂ ਸਵਾਉਣ ਜਾਂਦੇ, ਟੈਕਸਟਾਈਲ ਇੰਡਸਟਰੀ ਤੇ ਉਹਦਾ ਅਸਰ ਹੁੰਦਾ, ਦਰਜੀ ਤੇ ਉਹਦਾ ਅਸਰ ਹੁੰਦਾ। ਉਹਨੇ ਵੀ ਅੱਗੇ ਕਿਸੇ ਦੇ ਪੈਸੇ ਦੇਣੇ, ਉਹਨੇ ਅੱਗੇ ਕਿਸੇ ਦੇ ਦੇਣੇ, ਹਰ ਇੱਕ ਬੰਦੇ ਦੀ ਚੇਨ ਜੁੜੀ ਹੋਈ। ਇੱਕ ਜਗ੍ਹਾ ਉਹਦਾ ਲਿੰਕ ਰੁਕ ਗਿਆ, ਉਹ ਸਾਰੀ ਚੇਨ ਰੁਕ ਜਾਂਦੀ। ਸੋ ਦਿਸ ਇਜ਼ ਹਾਊ ਇੰਡਸਟਰੀ ਐਂਡ ਦਿਸ ਇਜ਼ ਹਾਊ ਕਰੋਨਾ ਦਾ ਜਿਹੜਾ ਇਫੈਕਟ ਆ ਰਿਹਾ। ਸ਼ਾਇਦ ਅੱਜ ਅਸੀਂ ਖੁਸ਼ ਹੋ ਜਾਂਦੇ ਹਾਂ ਕਿ ਯਾਰ ਕੇਸ 1,70,000 ਰਹਿ ਗਿਆ, ਲੇਕਿਨ ਜਿਹੜੀ ਅੱਗੋਂ ਨੂੰ ਕਿਉਂਕਿ ਦਿੱਲੀ ਦੇ ਵਿੱਚ ਰਿਪੀਟ ਹੋਣੇ ਸ਼ੁਰੂ ਹੋ ਗਏ, ਅਹਿਮਦਾਬਾਦ 'ਚ ਕੁਝ ਕੇਸ ਆਏ ਆ, ਇਹਨਾਂ ਨੂੰ ਦੁਬਾਰਾ ਹੋਣ ਲੱਗ ਗਿਆ। ਸੋ ਆਪਾਂ ਨੂੰ ਇਹਦੇ ਲਈ ਵੀ ਵੀ ਹੈਵ ਟੂ ਬੀ ਵੈਰੀ ਵੈਰੀ ਕੇਅਰਫੁਲ। ਸੋ ਦੈਟਸ ਆਲ ਫਰੋਮ ਮਾਈ ਸਾਈਡ। ਸੋ ਐਨੀਬਡੀ ਐਲਸ ਵਾਂਟਸ ਟੂ ਸੇ ਐਨੀਥਿੰਗ? ਕੋਈ ਹੋਰ ਬੰਦਾ ਕੋਈ ਗੱਲ ਕਰਨਾ ਚਾਹੇਗਾ? ਕੁਸ਼ਲ ਜੀ ਤੁਹਾਡੇ ਕੋਲੋਂ ਕੁਝ ਸੁਣਨਾ ਚਾਹੋਗੇ? ਬਾਜੀ ਹੈ ਕਿਉਂ ਨਹੀਂ, ਤੁਹਾਡੇ ਕੋਲ ਵਿਚਾਰ ਦੱਸੋ ਜੀ ਕੁਸ਼ਲ ਜੀ। ਨਹੀਂ ਠੀਕ ਹੈ, ਪ੍ਰਧਾਨ ਜੀ ਨੇ ਸਾਰਾ ਨਿਚੋੜ ਦੱਸਤਾ ਕਿ ਆਪਾਂ ਨੂੰ ਅਲਰਟ ਹੋ ਕੇ ਚੱਲਣਾ ਚਾਹੀਦਾ, ਹੌਸਲੇ ਨਾਲ ਵੀ ਚੱਲਣਾ ਚਾਹੀਦਾ ਔਰ ਹਾਲਾਤ ਨੂੰ ਵੀ ਦੇਖ ਕੇ ਚੱਲਣਾ ਚਾਹੀਦਾ, ਲਾਪਰਵਾਹ ਨਹੀਂ ਹੋਣਾ ਚਾਹੀਦਾ। ਠੀਕ ਹੈ। ਹੋਰ ਐਨੀਬਡੀ ਐਲਸ? ਹੋਰ ਕੋਈ ਬੰਦਾ ਕੋਈ ਗੱਲ ਕਰਨੀ ਚਾਹੇਗਾ? ਸਾਡਾ ਏਜੰਡਾ ਤਾਂ ਵੈਸੇ ਖਤਮ ਹੋ ਚੁੱਕਾ। ਕੋਈ ਹੋਰ ਪੁਆਇੰਟ ਕੋਈ ਜੋ ਪ੍ਰਧਾਨ ਜੀ ਨੇ ਕਿਹਾ ਡੈਫੀਨਿਟਲੀ ਧਿਆਨ ਆਪਣਾ ਆਪ ਹੀ ਰੱਖਣਾ ਸਰ। ਡੋਂਟ ਸੀ ਕਿ ਗਵਰਨਮੈਂਟ ਰੂਲ ਕੀ ਕਹਿੰਦੇ, ਆਪਾਂ ਨੂੰ ਦੇਖਣਾ ਪੈਣਾ ਕਿ ਸਾਡੇ ਵਾਸਤੇ ਅੱਛਾ ਕੀ ਹੈ, ਕਿਉਂਕਿ ਦੇਰ ਆਰ ਸਰਟਨ ਥਿੰਗ ਆਪਾਂ ਸਿਰਫ ਗਵਰਨਮੈਂਟ ਤੋਂ ਡਰ ਕੇ ਮਾਸਕ ਪਾਈਏ ਉਹ ਗਲਤ ਹੈ। ਇਸ ਨੂੰ ਨਾ ਓਬੇ ਕਰਨਾ ਆਪਣੇ ਵਾਸਤੇ ਹੀ ਖਤਰਾ ਹੈ। ਔਰ ਹਸਪੀਟਲਾਂ ਜਗ੍ਹਾ ਨਹੀਂ ਹੈ, ਦਵਾਈਆਂ ਹੈ ਨਹੀਂ, ਜਦ ਤੱਕ ਕਾਲ ਨਹੀਂ ਹੁੰਦਾ ਤਾਂ ਪ੍ਰੋਬਲਮ ਹੈ।
और जो प्रधान जी का इंडस्ट्री डेफिनेटली इज गोइंग टू हिट वेरी बैडली और वी आर ऑलरेडी फीलिंग इट। ਜਿਹੜਾ ਹੁਣ ਇੱਕ ਤੁਹਾਨੂੰ ਦੱਸਿਆ ਕਿ ਗਵਰਨਮੈਂਟ ਨੇ ਕੈਲੰਡਰ ਡੈਰੀਆਂ ਬੰਦ ਕਰਤੇ ਐਂਡ ਹੋਪ ਟੂ ਸੋਲਵ ਇਟ। ਇੰਡੀਆ 'ਚ ਜੋ ਪ੍ਰਿੰਟਿੰਗ ਇੰਡਸਟਰੀ ਹੈ ਦੈਟ ਇਜ਼ ਉਸ ਦੀ ਵਰਥ ਹੈ 1.10 ਲੱਖ ਕਰੋੜ और पैकेजिंग है 1.5 लाख करोड़। अगर दोनों को मिला दिए तो 2.6 लाख करोड़ बहुत बड़ी इंडस्ट्री है, इट्स नॉट ए स्मॉल। 1.10 लाख करोड़ की प्रिंटिंग इंडस्ट्री है, 1.5 लाख करोड़ की पैकेजिंग इंडस्ट्री है इंडिया च। उस दे विच इन्हां दा जे आपां कैलेंडर दा खर्चा लगे तो बहुत मतलब एक बहुत घट है। तो वी आर जस्ट ट्राइंग टू डू इट और डेफिनेटली जो एक प्रधान जी ने गल कही सी वो बहुत इंपॉर्टेंट है, मिलके काम करना। क्लस्टर साडा प्रोजेक्ट नहीं चल पाया, कोई ट्राई वंस अगेन करांगे कोशिश। कुछ गवर्नमेंट ने रूल काफ़ी चेंज करते हैं, सिस्टम काफ़ी बदलता, लेकिन अगेन वी विल ट्राई। मिलके काम करने के नाल क्या होगा, थोड़ी प्रोडक्शन बढ़ जाएगी और कॉस्ट ऑफ प्रोडक्शन घट जाएगी, विच इज द चैलेंज। नो सानू करना तो ही पेगा, प्रोडक्शन बढ़ानी पेगी, कॉस्ट ऑफ प्रोडक्शन घट करनी पेगी, अदरवाइज अदर विल रूल अस। बाकी बंदे आ जाएंगे साडे को, वो सप्लाई कर लो। ओके सर, थैंक यू सर, थैंक यू वेरी मच। और ओके जी, हाँ थैंक यू जी, थैंक यू वेरी मच, थैंक यू जी। और जो जीसी मेंबर है प्लीज आज 11:30 बजे और 4 बजे जरूर आना। 12 बजे है सर? है जी, 11:30 और 4 दो है। 12 बजे नहीं है कि नहीं 11:30 सर, 12 नहीं है, 11:30 12 ईस्ट वाली सी जी, ईस्ट दी हो गई वो 12 बजे से। और एक 11:30 बजे, एक 4 बजे है, 2 मीटिंग है आज। ठीक है सर, ओके। अच्छा थैंक यू सर, थैंक यू, थैंक यू।